ਪੰਜਾਬੀਆਂ ਦੀ ਹੈ ਵੱਖਰੀ ਸ਼ਾਨ, ਆਪਣੀ ਬੋਲੀ ਆਪਣੀ ਪਹਿਚਾਨ। ਗੈਟ ਪੰਜਾਬੀ, ਗੈਟ ਪੰਜਾਬੀ, ਗੈਟ ਪੰਜਾਬੀ, ਪੰਜਾਬੀ ਗੈਟ ਪੰਜਾਬੀ, ਗੈਟ ਪੰਜਾਬੀ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਅਹਿਮ ਦਿਨ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਦੇ ਉਹਨਾਂ ਸਿੰਘਾਂ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਗੁਰੂ ਤੋਂ ਅਰਪਣ ਹੀ ਨਹੀਂ ਕੀਤਾ, ਬਲਕਿ ਅੱਜ ਦੇ ਦਿਨ ਉਹਨਾਂ ਨੇ ਸ਼ਹੀਦੀ ਖੂਨ ਦੇ ਵਿੱਚ ਇਸ਼ਨਾਨ ਕੀਤਾ। ਮਾਘ ਦਾ ਮਹੀਨਾ, ਸੰਗਰਾਂਦ, ਅੱਜ ਮਾਘ ਦੀ ਸੰਗਰਾਂਦ ਵੀ ਹੈ। ਭਾਰਤੀ ਸੰਸਕ੍ਰਿਤੀ ਦੇ ਵਿੱਚ ਮਾਘ ਮਹੀਨੇ ਦੇ ਵਿੱਚ ਲੋਕ ਨਦੀਆਂ, ਸਰੋਵਰਾਂ, ਹੋਰ ਥਾਵਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦੇ ਸੀ। ਬਹੁਤ ਉਚੇਚਾ ਮੰਨਿਆ ਜਾਂਦਾ ਸੀ, ਪਰ ਗੁਰੂ ਸਾਹਿਬ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਗ ਬਾਝ ਦੇ ਅੰਦਰ ਜੋ ਇਲਾਹੀ ਹੁਕਮ ਅਤਾ ਕੀਤਾ, ਜੋ ਫਰਮਾਇਆ, ਉਹ ਇਹ ਸੀ ਕਿ ਅੱਜ ਦੇ ਦਿਨ ਇਸ਼ਨਾਨ ਕਰੋ, ਜ਼ਰੂਰ ਕਰੋ, ਕਰਨਾ ਚਾਹੀਦਾ, ਪਰ ਕਿਸ ਦੇ ਵਿੱਚ ਕਰਨਾ ਚਾਹੀਦਾ? ਸਾਧ ਸੰਗਤ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰੋ, ਨਾਮ ਦੇ ਵਿੱਚ ਇਸ਼ਨਾਨ ਕਰੋ। ਔਰ ਇਹ ਇਸ਼ਨਾਨ ਦਾ ਫਲ, ਇਸ ਨੂੰ ਇਸ਼ਨਾਨ ਨੂੰ ਕਰਨ ਤੋਂ ਬਾਅਦ ਇਸ ਨੂੰ ਖੁਦ ਵੀ ਅਪਣਾਓ ਔਰ ਦੂਜਿਆਂ ਨੂੰ ਵੀ ਇਹ ਦਾਨ ਕਰੋ ਜੋ ਤੁਹਾਨੂੰ ਪ੍ਰਾਪਤ ਹੋਇਆ। ਮਾਘ ਮਜਨ ਸੰਗ ਸਾਧੂਆ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਇਹ ਗੁਰੂ ਅਰਜਨ ਪਾਤਸ਼ਾਹ ਦਾ ਅੱਜ ਦੇ ਸੰਗਰਾਂਦ ਦੇ ਮੌਕੇ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ ਹਰ ਥਾਂ ਦੇ ਉੱਤੇ ਇਹ ਪੜ੍ਹਿਆ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਮੁਸਲਮਾਨ ਮੋਮਿਨ ਹਰ ਜੁਮੇ ਨੂੰ ਨਮਾਜ਼ ਅਦਾ ਕਰਨ ਜਾਂਦੇ ਹਨ। ਸਾਡੇ ਮਜ਼ਹਬ ਵਿੱਚ ਅਸੀਂ ਰੋਜ਼ ਜਾਂਦੇ ਹਾਂ, ਪਰ ਮਹੀਨੇ ਵਿੱਚ 2 ਦਿਨ ਉਚੇਚੇ ਹਨ ਜਿਨ੍ਹਾਂ ਦੇ ਉੱਤੇ ਉਚੇਚੇ ਜੋੜ ਮੇਲੇ ਲੱਗਦੇ ਹਨ। ਉਹ ਹਨ ਇੱਕ ਮੱਸਿਆ ਅਤੇ ਇੱਕ ਪੁੰਨਿਆ, ਇੱਕ ਸੰਗਰਾਂਦ ਅਤੇ ਇੱਕ ਮੱਸਿਆ। ਇਹ 2 ਹਨ ਜਿਨ੍ਹਾਂ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਇਕੱਤਰ ਹੁੰਦੇ ਹਨ। ਗੁਰੂ ਨਾਨਕ ਸਾਹਿਬ ਨੇ ਵੀ ਰਾਗ ਤੁਖਾਰੀ ਦੇ ਵਿੱਚ ਹੁਕਮ ਕੀਤਾ, ਮਾਘ ਪੁਨੀਤ ਭਈ, ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ, ਗੁਣ ਗਹਿ ਅੰਕ ਸਮਾਨਿਆ। ਅੱਜ ਸੰਗਰਾਂਦ ਦਾ ਦਿਨ ਹੈ। ਬਹੁਤ ਹੀ ਸੰਖੇਪ ਦੇ ਵਿੱਚ ਦੱਸ ਦਈਏ, ਕਿਉਂਕਿ ਕਈ ਦਫਾ ਭੁਲੇਖਾ ਪੈ ਜਾਂਦਾ ਹੈ। ਸੰਗਰਾਂਦ ਵੈਸੇ ਤਾਂ ਸਾਰੇ ਦਿਨ ਪਵਿੱਤਰ ਹਨ, ਮਹਾਦਿਵਸ, ਮੂਰਤ ਭਲੇ, ਸਾਰੇ ਦਿਨ ਪਵਿੱਤਰ ਹਨ ਜਿਸ ਦਿਨ ਵਾਹਿਗੁਰੂ ਨੂੰ ਯਾਦ ਕਰ ਲਿਆ ਜਾਏ। ਪਰ ਕੁਝ ਦਿਨ ਕੁਦਰਤ ਦੇ ਨਿਯਮਾਂ ਦੇ ਨਾਲ ਚੱਲਦੇ ਹਨ। ਜਿਵੇਂ ਧਰਤੀ ਨੂੰ ਲੈਟੀਚਿਊਡ ਅਤੇ ਲੌਂਗੀਚਿਊਡ ਵਿੱਚ ਵੰਡਿਆ ਗਿਆ, ਅਸਮਾਨ ਨੂੰ ਵੀ 12 ਦਿਸ਼ਾਵਾਂ ਦੇ ਵਿੱਚ, 12 ਦਸ਼ਾ ਦੇ ਵਿੱਚ ਵੰਡਿਆ ਗਿਆ। ਜਦੋਂ ਸੂਰਜ ਇੱਕ ਰਾਸ਼ੀ 'ਚੋਂ ਦੂਜੀ ਰਾਸ਼ੀ ਵਿੱਚ ਜਾਂਦਾ ਹੈ, ਉਸ ਨੂੰ ਸੰਗਰਾਂਦ ਕਹਿੰਦੇ ਹਨ। ਸੰਕ੍ਰਾਂਤੀ ਜਾਂ ਜੋੜ, ਜਾਂ ਇੱਕ ਥਾਂ ਤੋਂ ਦੂਜੀ ਥਾਂ ਉਸ ਦਾ ਪਲਾਇਨ। ਇਹ ਕੁਦਰਤ ਦਾ ਨਿਯਮ ਹੈ। ਇਸ ਦੀ ਡੇਟ, ਇਸ ਦੀ ਤਾਰੀਖ ਮੁਕਰਰ ਨਹੀਂ ਕੀਤੀ ਜਾ ਸਕਦੀ। ਅਗਰ ਕੋਈ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਸਿਰਫ ਨਿਰੀ ਹਿਮਾਕਤ ਹੀ ਹੋਏਗੀ। ਸੰਗਰਾਂਦ ਦੀ ਜਿਵੇਂ ਕੋਈ ਸੂਰਜ ਦੇ ਚੜ੍ਹਨ ਦਾ ਸਮਾਂ ਜਾਂ ਅਸਤ ਹੋਣ ਦਾ ਸਮਾਂ ਕੋਈ ਮੁਕਰਰ ਨਹੀਂ ਕਰ ਸਕਦਾ। ਇਹ ਕੁਦਰਤ ਦਾ ਨਿਯਮ ਹੈ
ਸੰਗਰਾਂਦ ਕਿਸ ਦਿਨ ਆਏਗੀ, ਇਹ ਬਿਲਕੁਲ ਕੁਦਰਤੀ ਨਿਯਮਾਂ ਦੇ ਮੁਤਾਬਕ ਹੈ ਔਰ ਇਸ ਨੂੰ ਫਿਕਸ ਨਹੀਂ ਕੀਤਾ ਜਾ ਸਕਦਾ। ਇਸੇ ਲਈ ਅੱਜ ਦਾ ਦਿਨ 14 ਤਾਰੀਖ ਨੂੰ ਸੰਗਰਾਂਦ ਹੈ ਮਾਘ ਦੀ, ਔਰ ਸਾਰੇ ਸੰਸਾਰ ਦੇ ਵਿੱਚ ਇਸ ਨੂੰ ਫਿਕਸ ਕਰਨ, ਇਸੇ ਦਿਨ ਹੀ ਇਸ ਦਾ ਪਾਠ ਹੁੰਦਾ ਹੈ, ਸੰਗਤਾਂ ਜੁੜਦੀਆਂ ਹਨ। ਅੱਜ ਇਸ ਮਾਘ ਦੀ ਸੰਗਰਾਂਦ ਦਾ ਇੱਕ ਹੋਰ ਬੜਾ ਵੱਡਾ ਇਤਿਹਾਸ ਦੇ ਨਾਲ ਸਾਡਾ ਸੰਬੰਧ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਘੇਰਾ 8 ਮਹੀਨੇ ਲਗਾਤਾਰ ਜਾਰੀ ਰਿਹਾ, ਸਭ ਕੁਝ ਸੰਸਾਰਕ ਤੌਰ ਦੇ ਉੱਤੇ ਰਾਸ਼ਨ ਪਾਣੀ ਸਾਰਾ ਕੁਝ ਭੇਟ ਚੜ੍ਹ ਗਿਆ। ਉਸ ਸੰਕਟ ਦੀ ਘੜੀ ਦੇ ਵਿੱਚ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਫਿਰ ਚਮਕੌਰ ਦੀ ਗੜੀ ਵਿੱਚ ਆ ਕੇ ਉਹਨਾਂ ਨੇ ਆਸਣ ਲਾਇਆ। ਚਮਕੌਰ ਦੀ ਗੜੀ ਦੇ ਬਾਅਦ ਸਿੰਘਾਂ ਨੇ ਹੁਕਮ ਕੀਤਾ, ਚਮਕੌਰ ਦੀ ਗੜੀ ਤੋਂ ਬਾਅਦ ਜਿਸ ਵੇਲੇ ਗੁਰੂ ਸਾਹਿਬ ਨਰਸਿੰਘਾ ਵਜਾ ਕੇ ਔਰ ਜਦੋਂ ਉਹਨਾਂ ਨੇ ਤਾੜੀ ਵਜਾ ਕੇ ਪੀਰੇ ਹਿੰਦ ਮਹਿਰਾਵਤ ਜਾ ਰਿਹਾ ਹੈ, ਇਹ ਜਦੋਂ ਐਲਾਨ ਕੀਤਾ, ਉਸ ਤੋਂ ਬਾਅਦ ਅਗਲਾ ਸਫ਼ਰ ਬਹੁਤ ਔਖਾ ਹੈ ਔਰ ਬਹੁਤ ਔਖਾ ਹੈ। ਜਿਵੇਂ ਅੱਗੇ ਵੀ ਜ਼ਿਕਰ ਕੀਤਾ ਹੈ, ਆਨੰਦਪੁਰ ਸਾਹਿਬ ਤੋਂ ਚਮਕੌਰ ਦੀ ਗੜੀ ਦਾ ਸਫ਼ਰ ਬਹੁਤ ਕਠਿਨ ਹੈ, ਪਰ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦਾ ਸਫ਼ਰ ਬਹੁਤ ਹੀ ਕਠਿਨ ਹੈ। ਕੋਈ ਵਿਰਲਾ ਉਸ ਰਸਤੇ ਦੇ ਉੱਤੇ ਤਰ ਸਕਦਾ ਹੈ। ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ। ਉਸ ਮਾਰਗ ਦੇ ਉੱਤੇ ਤੁਰੇ ਔਰ ਜਦੋਂ ਗੁਰੂ ਸਾਹਿਬ ਰੇਤਲੀ ਢਾਬ ਦੇ ਜਿੱਥੇ ਪਾਣੀ ਇਕੱਠਾ ਹੋ ਜਾਂਦਾ ਸੀ, ਉਹ ਖਿਦਰਾਣੇ ਦੀ ਢਾਬ ਦੇ ਉੱਤੇ ਜਦੋਂ ਗੁਰੂ ਸਾਹਿਬ ਆਏ, ਉਸ ਵੇਲੇ ਆਨੰਦਪੁਰ ਸਾਹਿਬ ਤੋਂ 40 ਸਿੰਘ ਜੋ ਬੇਦਾਵਾ ਲਿਖ ਕੇ ਦੇ ਗਏ ਸੀ, ਉਹ ਮੁੜ ਇਸ ਸਥਾਨ ਦੇ ਉੱਤੇ ਮੁਗਲਾਂ ਦੇ ਨਾਲ ਉਹਨਾਂ ਦੀ ਜੰਗ ਹੋਈ। ਗੁਰੂ ਮਾਈ ਭਾਗੋ ਜੀ ਉਹਨਾਂ ਦੀ ਅਗਵਾਈ ਵਿੱਚ ਇਹ 40 ਜਿਹੜੇ ਸਿੰਘ ਸਨ, ਜਿਹੜੇ ਸਾਰੇ ਦੇ ਸਾਰੇ ਮਾਝੇ ਦੇ ਰਹਿਣ ਵਾਲੇ ਸਨ, ਪਰ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਆਖਰ ਉਹਨਾਂ ਨੇ ਮੁਗਲਾਂ ਦੇ ਨਾਲ ਜੰਗ ਕੀਤੀ ਔਰ ਇਸ ਸਥਾਨ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਇਸ ਸਥਾਨ ਤੋਂ ਉੱਤੋਂ ਥੱਲੇ ਵੇਖ ਰਹੇ ਸਨ ਔਰ ਤੀਰਾਂ ਦੀ ਵਰਖਾ ਵੀ ਕਰ ਰਹੇ ਸਨ, ਔਰ ਕਰਦਿਆਂ ਹੋਇਆਂ ਜਦੋਂ ਗੁਰੂ ਸਾਹਿਬ ਨੇ ਥੱਲੇ ਆਏ ਤਾਂ ਸਿਸਕ ਰਹੇ ਸਨ ਭਾਈ ਮਹਾਂ ਸਿੰਘ ਜੀ ਦੀ। ਜਦੋਂ ਉਹਨਾਂ ਦੇ ਨਾਲ ਨਜ਼ਰਾਂ ਮਿਲੀਆਂ, ਉਹਨਾਂ ਦੀ ਬੇਨਤੀ ਦੇ ਉੱਤੇ ਗੁਰੂ ਸਾਹਿਬ ਨੇ ਉਹ ਬਿਦਾਵੇ ਦਾ ਕਾਗਜ਼ ਆਪਣੇ ਡੱਬ ਚੋਂ ਕੱਢ ਕੇ ਉਹਨਾਂ ਦੇ ਸਾਹਮਣੇ ਫਾੜ ਦਿੱਤਾ। ਬਹੁਤ ਸੁੰਦਰ ਲਿਖਿਆ ਹੈ। ਸਰਦਾਰ ਮਾਨ ਸਿੰਘ ਜੀ ਮਸਕੀਨ ਨੇ ਇਸ ਦੇ ਉੱਤੇ ਬੈਠੇ ਟਿੱਬੀ ਤੇ ਵੇਖਿਆ, ਸਤਿਗੁਰਾਂ ਨੇ ਮੁਗਲਾਂ ਨਾਲ ਕੋਈ ਜੰਗ ਮਚਾ ਰਿਹਾ ਸੀ। ਵੱਧਦਾ ਮੁਗਲ ਖਿਦਰਾਣੇ ਦੇ ਛੰਭ ਵੱਲ ਜੋ ਉਸ ਨੂੰ ਮਾਰ ਕੇ ਪਿਛਾ ਹਟਾ ਰਿਹਾ ਸੀ, ਨੇੜੇ ਛੰਭ ਦੇ ਰਤਾ ਨਾ ਆਣ ਦੇਵੇ, ਅੱਗੋਂ ਤੀਰਾਂ ਦਾ ਮੀਂਹ ਵਰਾ ਰਿਹਾ ਸੀ। ਅੰਤਰਜਾਮੀ ਨੇ ਸਮਝ ਕੇ ਨੈਣ ਭਰ ਲਏ, ਨਕਸ਼ਾ ਵਿਛੜਿਆਂ ਦਾ ਅੱਗੇ ਆ ਰਿਹਾ ਸੀ। ਡਾਢਾ ਜੰਗ ਘਮਸਾਣ ਦਾ ਲਗਾ ਉੱਥੇ, ਵੀਰ ਖਾਲਸੇ ਨੇ ਮੱਥੇ ਡਾਹ ਦਿੱਤੇ, ਹੋਏ ਜੂਝ ਕੇ ਸਾਰੇ ਸ਼ਹੀਦ ਉੱਥੇ, ਸੀਸ ਕੌਮ ਦੇ ਉੱਤੋਂ ਘੁਮਾ ਦਿੱਤੇ। ਸੁੱਕੇ ਛੰਭ ਨੂੰ ਵੇਖਿਆ ਜਦੋਂ ਮੁਗਲਾਂ, ਦਿਲ ਸਾਰਿਆਂ ਦੇ ਹੀ ਰਵਾ ਦਿੱਤੇ। ਪਿਆਸ ਦੇ ਹੱਥੋਂ ਹੈਰਾਨ ਹੋ ਕੇ ਮੂੰਹ ਫੌਜਾਂ ਦੇ ਪਿਛਾਂ ਘੁਮਾ ਦਿੱਤੇ। ਆਖਰ ਟਿੱਬੀ ਤੋਂ ਉੱਠ ਕੇ ਆਏ ਸਤਿਗੁਰ, ਨਜ਼ਰ ਪਿਆਰ ਦੀ ਸਿੰਘਾਂ ਤੇ ਪਾ ਰਹੇ ਨੇ, ਸੀਸ ਗੋਦੀ ਵਿੱਚ ਲੈ ਕੇ ਚੁੰਮਦੇ ਨੇ, ਨੀਰ ਨੈਣਾਂ ਦੇ ਵਿੱਚੋਂ ਵਹਾ ਰਹੇ ਨੇ। ਮੇਰਾ 5 ਹਜ਼ਾਰੀ, ਮੇਰਾ 10 ਹਜ਼ਾਰੀ ਆਖ ਆਖ ਕੇ ਗਲੇ ਲਗਾ ਰਹੇ ਨੇ। ਮੈਂ ਬਲਿਹਾਰ ਬਲਿਹਾਰ ਹਾਂ ਤੁਸਾਂ ਉੱਤੋਂ, ਇੱਕ ਇੱਕ ਦੇ ਤਾਈਂ ਫਰਮਾ ਰਹੇ ਨੇ। ਭਾਈ ਮਹਾਂ ਸਿੰਘ ਸਿਸਕਦੇ ਤਾਈਂ ਤੱਕ ਕੇ ਲੈ ਗੋਦੀ ਦੇ ਵਿੱਚ ਫਰਮਾ ਰਹੇ ਨੇ, ਜੋ ਕੁਝ ਮੰਗਣਾ ਹੀ ਲੈ ਹੁਣ ਮੰਗ ਸਿੱਖਾ, ਪਿਛਲੀਆਂ ਗੱਲਾਂ ਦੇ ਤਾਈਂ ਭੁਲਾ ਰਹੇ ਨੇ। ਟੁੱਟੀ ਗੰਢ ਦੇਵੋ ਅੱਗੋਂ ਨੈਣ ਭਰ ਕੇ, ਭਾਈ ਮਹਾਂ ਸਿੰਘ ਪਿਆਰੇ ਅਲਾ ਰਹੇ ਨੇ, ਤੇਰੀ ਮਿਹਰ ਦੀ ਨਜ਼ਰ ਹੋ ਜਾਏ ਦਾਤਾ, ਬੇੜਾ ਪਾਰ ਹੋਸੀ ਇਹੋ ਸੁਣਾ ਰਹੇ ਨੇ। ਵਹਿੰਦੇ ਹੰਝੂਆਂ ਨਾਲ ਤਾਂ ਸਤਿਗੁਰਾਂ ਨੇ ਕੱਢ ਬੇਦਾਵੇ ਦਾ ਕਾਗਜ਼ ਵਧਾ ਦਿੱਤਾ, ਤਨ ਸਿੱਖੀ ਕਹਿ ਕੇ ਫਿਰ ਫਾੜ ਦਿੱਤਾ। ਟੁੱਟੀ ਹੋਈ ਦੇ ਤਾਈਂ ਗੰਢਾ ਦਿੱਤਾ,
ਪਿਆਰ ਨਾਲ ਮਸਕੀਨ ਨੂੰ ਗਲੇ ਲਾਇਆ, ਆਪਣੀ ਗੋਦੀ ਦੇ ਵਿੱਚ ਸਮਾ ਦਿੱਤਾ। ਹੋਇਆ ਛੰਭ ਖਿਦਰਾਣੇ ਦਾ ਹੁਣ ਮੁਕਤਸਰ, ਮੀਂਹ ਮਿਹਰ ਦੀ ਨਜ਼ਰ ਦਾ ਪਾ ਦਿੱਤਾ। ਇਹ ਗੁਰੂ ਸਾਹਿਬ ਦਾ ਇਤਨਾ ਕਮਾਲ ਦਾ ਇਤਿਹਾਸ ਹੈ। ਸਾਰੇ ਦਾ ਸਾਰਾ ਇਤਿਹਾਸ ਹੀ ਸ਼ਹੀਦੀਆਂ ਔਰ ਸ਼ਹਾਦਤਾਂ ਦਾ ਭਰਿਆ ਹੋਇਆ ਹੈ। ਅੱਜ ਦੇ ਇਸ ਪਾਵਨ ਦਿਵਸ ਦੇ ਉੱਤੇ ਉਹਨਾਂ ਸਿੰਘਾਂ ਨੇ ਕੇਵਲ ਜਲ ਦੇ ਨਾਲ ਇਸ਼ਨਾਨ ਨਹੀਂ ਕੀਤਾ, ਬਲਕਿ ਉਹਨਾਂ ਨੇ ਆਪਣੇ ਖੂਨ ਦੇ ਨਾਲ ਇਸ਼ਨਾਨ ਕੀਤਾ ਔਰ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਆਪਣਾ ਬੇਦਾਵੇ ਦਾ ਉਹ ਕਾਗਜ਼ ਪੜਵਾਇਆ। ਦਰਅਸਲ ਮਕਸਦ ਕਹਿਣ ਦਾ ਇੰਨਾ ਹੈ, ਅਸੀਂ ਵੀ ਬੇਦਾਵਾ ਦਿੱਤਾ ਹੋਇਆ ਹੈ। ਕਦੋਂ ਗੁਰੂ ਬਖਸ਼ਿਸ਼ ਕਰੇਗਾ? ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੇ ਕੋਈ, ਪੁੱਛੋ ਬਿਬੇ ਕੀਆ ਜਾਏ। ਸਾਡੀ ਵੀ ਅਰਦਾਸ ਹੋਣੀ ਚਾਹੀਦੀ ਹੈ, ਹੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਜੋ ਬੇਦਾਵਾ ਦਿੱਤਾ ਹੈ, ਰਹਿਮ ਕਰ, ਕਰਮ ਕਰ, ਬਖਸ਼ਿਸ਼ ਕਰ, ਸਾਨੂੰ ਵੀ ਇਹ ਅਤਾ ਫਰਮਾ, ਇਹ ਹਿੰਮਤ ਦੇ, ਸ਼ਕਤੀ ਦੇ ਕਿ ਅਸੀਂ ਵੀ ਆਪਣਾ ਉਹ ਬੇਦਾਵਾ ਜੋ ਤੈਨੂੰ ਦੇ ਚੁੱਕੇ ਹਾਂ ਉਸ ਤੋਂ ਫੜਵਾ ਕੇ ਤੇਰੇ ਹੋ ਜਾਈਏ। ਸੋ ਇਹ ਅੱਜ ਦੇ ਇਸ ਪਾਵਨ ਦਿਵਸ ਦੇ ਉੱਤੇ ਜ਼ਰੂਰੀ ਸੀ। ਸੰਗਰਾਂਦ ਦਾ ਕੀ ਮਕਸਦ ਹੈ, ਕਿਵੇਂ ਮੁਕਰਰ ਹੁੰਦੀ ਹੈ? ਮਾਘ ਦੀ ਸੰਗਰਾਂਦ, ਔਰ ਮਾਘ ਦੀ ਸੰਗਰਾਂਦ ਦੇ ਵਿੱਚ ਅੱਜ ਮੇਲਾ ਮੁਕਤਸਰ ਦਾ, ਕਿ ਉਸ ਸਥਾਨ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਦਿੱਤੀਆਂ ਕਿ ਜਿਹੜਾ ਵਾਕਈ ਹੀ ਉਹ ਮੁਕਤੀ ਦਾ ਸਰ ਹੋ ਚੁੱਕਾ ਹੈ, ਮੁਕਤੀ ਦਾ ਸਰੋਵਰ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਣੇ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. Mystic Brokerage ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई से लाई? नहीं अंकल जी, शामियाना मिठाई मेड इन अमेरिका। शामियाना मिठाई Made pure, made fresh, made here. जो भी पके ऐसा पके जहाँ भी जो हो खींचा चला आए MBH मसाले। किचन किंग हो या गरम मसाला, पाव भाजी या चंकी चाट मसाला, असली मसाले सच सच MBH। शुक्र है लक्ष्मी लोअर GI वैल्यू बासमती राइस फॉर पीपल विद डायबिटीज आया है।
अब दादाजी को थोड़ी तो वैरायटी मिलनी चाहिए ना खाने में। दाल चावल जैसी तो दुनिया में कोई चीज ही नहीं है। बस थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी खांडवी तो मैं बनाती थी, स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ? पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन मेड प्योर, मेड फ्रेश, मेड हियर। Nakshatra. Only at Raj Jewels, Bansal Group. मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਅਸੀਂ ਤੁਹਾਨੂੰ ਕੱਲ ਗੁਜ਼ਾਰਿਸ਼ ਕੀਤੀ ਸੀ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਦੇ ਉੱਤੇ ਅਸੀਂ ਕੱਲੂਕਾਰਾ ਦਿਵਸ, ਸਾਕਾ ਨੀਲਾ ਤਾਰਾ, ਦਰਬਾਰ ਸਾਹਿਬ ਦੇ ਉੱਤੇ ਹੋਏ ਭਾਰਤ ਸਰਕਾਰ ਦੇ ਫੌਜੀ ਹਮਲੇ ਦੇ ਬਾਰੇ ਜੋ ਇੱਕ ਨਵੇਂ ਤੱਥ ਸਾਹਮਣੇ ਆਏ ਹਨ। ਹਾਲਾਂ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਵਾਈਟ ਪੇਪਰ ਜਾਰੀ ਕੀਤਾ ਜਿਹੜਾ ਪਾਰਲੀਮੈਂਟ ਵਿੱਚ ਪੇਸ਼ ਕੀਤਾ, ਪਰ ਬਾਅਦ ਵਿੱਚ ਇਹ ਮੰਨਿਆ, ਸਾਰਿਆਂ ਨੇ ਇਸ ਗੱਲ ਨੂੰ ਸਹੀ ਕਰਾਰ ਦਿੱਤਾ ਕਿ ਉਹ ਸਿਰਫ ਝੂਠ ਦਾ ਪਲੰਦਾ ਸੀ ਔਰ ਸਿਰਫ ਉਸ ਦਾ ਮਕਸਦ ਲੀਪਾ ਪੋਤੀ ਕਰਨਾ ਸੀ, ਸੱਚ ਉਜਾਗਰ ਨਹੀਂ ਕਰਨਾ ਸੀ। ਸੱਚ ਸ਼ਾਇਦ ਕਦੇ ਵੀ ਜ਼ਾਹਿਰ ਨਹੀਂ ਹੋਏਗਾ। ਦਰਬਾਰ ਸਾਹਿਬ ਦੇ ਉੱਤੇ ਹਮਲੇ ਵੇਲੇ ਬਹੁਤ ਵੱਡੀ ਗੱਲ ਹੈ, ਚਾਰੇ ਪਾਸੇ ਕਰਫਿਊ ਲਗਾ ਦਿੱਤੇ ਗਏ, ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ, ਸਾਰੇ ਮੀਡੀਆ ਨੂੰ ਬਾਹਰ ਕੱਢ ਦਿੱਤਾ ਔਰ ਇੱਕ ਤਰਫਾ ਕਾਰਵਾਈ ਕਰਕੇ ਸਿਰਫ ਸਰਕਾਰੀ ਬਿਆਨਾਂ ਦੇ ਉੱਤੇ ਪੂਰੀ ਕੌਮ ਨੂੰ ਬਦਨਾਮ ਕਰਕੇ ਉਹਨਾਂ ਦੇ ਹਿਰਦੇ ਵਲੂੰਦਰਨ ਵਾਲੀ ਕਾਰਵਾਈ ਕੀਤੀ ਗਈ, ਜੋ ਕਿ ਫੌਜੀ ਕਾਰਵਾਈ ਤੋਂ ਵੀ ਜ਼ਿਆਦਾ ਦੁਖਦਾਈ ਸੀ। ਪਰ ਹੁਣ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਹੈ। ਕੱਲ੍ਹ ਦੇ ਖੁਲਾਸੇ ਵਿੱਚ ਜਿਹੜਾ ਇੰਗਲੈਂਡ ਦੇ ਲੇਬਰ ਪਾਰਟੀ ਦੇ MP ਟੌਮ ਵਾਟਸਨ ਤੇ ਲਾਰਡ ਇੰਦਰਜੀਤ ਸਿੰਘ ਨੇ ਜੋ ਕਿਹਾ ਹੈ ਕਿ ਉਸ ਵੇਲੇ ਦੇ ਤਤਕਾਲੀਨ ਇੰਗਲੈਂਡ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰਟ ਥੈਚਰ ਨੇ ਭਾਰਤੀ ਬੇਨਤੀ ਦੇ ਉੱਤੇ ਪੋਜ਼ਿਟਿਵਲੀ ਰਿਮਾਰਕਸ ਦਿੱਤੇ ਸੀ ਔਰ ਕਿਹਾ ਸੀ ਸਪੈਸ਼ਲ ਏਅਰ ਸਰਵਿਸਿਜ਼ SAS ਜਿਹੜੀ ਕਿ ਇਲੀਟ ਫੋਰਸ ਹੈ ਬਰਤਾਨੀਆ ਦੀ, ਉਹ ਮਦਦ ਕਰੇਗੀ। ਇਹ ਖੁਲਾਸਾ ਹੋਣ ਤੋਂ ਬਾਅਦ ਇੰਗਲੈਂਡ ਦੀ ਕੁਦਰਤੀ ਤੌਰ ਦੇ ਉੱਤੇ ਬਹੁਤ ਵੱਡੀ ਨਮੋਸ਼ੀ ਉਹਨਾਂ ਨੂੰ ਝੇਲਣੀ ਪੈ ਰਹੀ ਹੈ, ਕਿਉਂਕਿ ਉਹਨਾਂ ਨੇ ਵੀ ਆਪਣੇ ਪਾਰਲੀਮੈਂਟ ਦੀ ਰਜ਼ਾਮੰਦੀ ਦੇ ਬਿਨਾਂ ਕਿਸੇ ਦੂਸਰੇ ਮੁਲਕ ਦੇ ਵਿੱਚ ਇਹ ਫੌਜੀ ਕਾਰਵਾਈ ਕੀਤੀ ਔਰ ਨਾ ਕੇਵਲ ਇਹ ਕਾਰਵਾਈ ਹੀ ਕੀਤੀ, ਬਲਕਿ ਇਸ ਤੋਂ ਗੰਭੀਰ ਗੱਲ ਇਹ ਹੈ
ਕਿ ਉਹਨਾਂ ਸਿੱਖਾਂ ਦੇ ਖਿਲਾਫ ਕੀਤੀ ਜਿਨ੍ਹਾਂ ਦੀ ਉਹਨਾਂ ਨੇ ਹਮੇਸ਼ਾ ਮਦਦ ਲਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਹ ਰਾਜ ਭਾਵੇਂ ਧੋਖੇ ਨਾਲ ਕਬਜ਼ਾ ਕੀਤਾ, ਪਰ ਉਸ ਤੋਂ ਬਾਅਦ ਉਹਨਾਂ ਨੇ ਐਲਾਨੀਆ ਤੌਰ ਦੇ ਉੱਤੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਤੁਹਾਡੇ ਧਰਮ ਵਿੱਚ ਦਖਲ ਨਹੀਂ ਦੇਵਾਂਗੇ। ਜਿਹੜੀ ਅਕਟਰ ਲੋਨੀ ਨੇ ਬਾਅਦ ਵਿੱਚ ਰਿਪੋਰਟ ਵੀ ਦਿੱਤੀ ਸੀ, ਉਸਨੇ ਵੀ ਇਹੀ ਕਿਹਾ ਸੀ ਕਿ ਇਹ ਜੋ ਸਿੱਖ ਹਨ, ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ। ਉਹਨਾਂ ਨੇ ਜਿਹੜੀ ਰਿਪੋਰਟ ਇੰਗਲੈਂਡ ਭੇਜੀ ਸੀ, ਉਹਦੇ 'ਚ ਇਹੀ ਕਿਹਾ ਸੀ ਇਹ ਲੋਕ ਸਿੱਖਾਂ ਬਾਰੇ, ਇਹ ਜੋ ਲੋਕ ਹਨ, ਇਹਨਾਂ ਨੂੰ ਤੁਸੀਂ ਦੋਸਤ ਬਣਾ ਲਓ, ਆਪਣੀ ਜਾਨ ਦੇ ਦੇਣਗੇ। ਪਰ ਜਿਸ ਵੇਲੇ ਤੁਸੀਂ ਇਹਨਾਂ ਨੂੰ ਮੁਜ਼ਾਰੇ ਬਣਾਉਣ ਦੀ ਕੋਸ਼ਿਸ਼ ਕਰੋਗੇ, ਜਿਸ ਵੇਲੇ ਤੁਸੀਂ ਇਹਨਾਂ ਨੂੰ ਰਈਅਤ ਬਣਾਉਣ ਦੀ ਕੋਸ਼ਿਸ਼ ਕਰੋਗੇ, ਜਾਂ ਇਹ ਫਿਰ ਹਾਕਮ ਹੋ ਜਾਣਗੇ ਜਾਂ ਬਾਗੀ ਹੋ ਜਾਣਗੇ। ਪਰ ਫਿਤਰਤਨ ਅੰਗਰੇਜ਼ਾਂ ਨੇ ਆਪਣੀ ਪਾਲਿਸੀ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ, ਜ਼ਾਹਿਰਾ ਤੌਰ ਦੇ ਉੱਤੇ ਕਾਫੀ ਕੁਝ ਕਰਦੇ ਰਹੇ। ਪਰ ਹੁਣ ਇਸ ਗੰਭੀਰ ਮਾਮਲੇ ਦੇ ਉੱਤੇ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਤੋਂ ਸੀਨੀਅਰ ਪੱਤਰਕਾਰ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਰ ਹੁਣ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕੈਬਨਿਟ ਸੈਕਟਰੀ ਜਰਮੇ ਹੇਵੁੱਡ ਨੂੰ, ਜਿਹੜੇ ਕਿ ਬਹੁਤ ਹੀ ਸੀਨੀਅਰ ਸਿਵਲ ਸਰਵੈਂਟ ਹਨ, ਉਹਨਾਂ ਨੂੰ ਇਸ ਦੇ ਬਾਰੇ ਜਾਂਚ ਕਰਨ ਲਈ ਕਿਹਾ ਹੈ ਔਰ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੌਰਾਨ ਦਰਬਾਰ ਸਾਹਿਬ ਦੇ ਤੇ ਹਮਲੇ ਦੇ ਫੌਜੀ ਜਨਰਲ ਬਰਾੜ ਨੇ ਕਿਹਾ ਹੈ ਕਿ ਇਹ ਝੂਠੀ ਖਬਰ ਹੈ। ਦਰਅਸਲ ਫੌਜ ਨੂੰ ਤਾਂ ਕੇਵਲ ਇੱਕ ਦਿਨ ਪਹਿਲੇ ਹੀ ਦੱਸਿਆ ਜਾਂਦਾ ਹੈ ਕੀ ਕਰਨਾ ਹੈ, ਉਹ ਕਿਵੇਂ ਕਹਿ ਸਕਦੇ ਹਨ ਕਿ ਇਹ ਗਲਤ ਹੈ ਜਾਂ ਸਹੀ ਹੈ। ਸਾਡੀ ਕੋਸ਼ਿਸ਼ ਹੈ ਜੇ ਅਸੀਂ ਆਪਣੇ ਉਚੇਚੇ ਮਹਿਮਾਨ ਨਾਲ ਗੱਲ ਕਰ ਸਕੀਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਮੈਂ ਆਪਣੇ ਪਿਆਰੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਡੇ ਨਾਲ ਜਲੰਧਰ ਤੋਂ ਸੀਨੀਅਰ ਪੱਤਰਕਾਰ ਔਰ ਯੈਸ ਪੰਜਾਬ ਦੇ ਸੰਚਾਲਕ ਔਰ ਸੀਨੀਅਰ ਐਡੀਟਰ ਸਰ HS ਬਾਵਾ ਸਾਡੇ ਨਾਲ ਜੁੜੇ ਹਨ ਔਰ ਜਿਨ੍ਹਾਂ ਦੀ ਪਕੜ ਇਹਨਾਂ ਮਾਮਲਿਆਂ ਦੇ ਉੱਤੇ ਬਹੁਤ ਜ਼ਿਆਦਾ ਹੈ। ਬਾਵਾ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। yespunjab.com ਵੱਲੋਂ ਮੈਂ ਵੀ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਆਖਦਾ ਜੀ। ਜੀ ਬਾਵਾ ਜੀ, ਇਹ ਜੋ ਇੱਕ ਇਨਕਸ਼ਾਫ ਹੋਇਆ ਹੈ, ਜੋ ਕਿ ਇੱਕ ਰਾਜ਼ ਬਾਹਰ ਆ ਗਿਆ ਹੈ, ਹਾਲਾਂ ਇਸ ਸਾਲ 30ਵੀਂ ਵਰ੍ਹੇਗੰਢ ਹੈ ਸਾਕਾ ਨੀਲਾ ਤਾਰਾ ਘੱਲੂਘਾਰਾ ਦਿਵਸ ਦੀ, ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਕਿਸ ਤਰ੍ਹਾਂ ਆ ਗਿਆ, ਜਾਂ ਅਚਾਨਕ ਆ ਗਿਆ, ਜਾਂ ਉਹਨਾਂ ਦੀ ਪਾਲਿਸੀ ਸੀਗੀਆਂ, ਜਾਂ ਅਜੇ ਹੋਰ ਵੀ ਰਾਜ਼ ਬਾਹਰ ਆਉਣਗੇ? ਇਹ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਦੇ ਬਾਰੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਸੋਚਦੇ ਹੋ ਔਰ ਕਿਵੇਂ ਵੇਖਦੇ ਹੋ? ਜਿੱਥੇ ਤੱਕ ਹੁਣ ਤੱਕ ਦੀਆਂ ਖਬਰਾਂ ਨੇ, ਉਹ ਇਹ ਰਾਜ਼ ਕੋਈ ਅਚਾਨਕ ਨਹੀਂ ਬਾਹਰ ਆ ਗਿਆ ਜੀ। ਬਰਤਾਨੀਆ ਦੀ ਪਾਲਿਸੀ ਹੈ, ਸਾਨੂੰ ਵੀ ਹੁਣੇ ਪਤਾ ਲੱਗੀ ਹੈ ਕਿ ਹਾਂ ਬਈ 30 ਸਾਲ ਬਾਅਦ ਕੋਈ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਨੇ ਉਹ ਬਾਹਰ ਆ ਸਕਦੇ ਨੇ ਜੀ। ਜੀ 30 ਸਾਲਾਂ ਬਾਅਦ ਉਹ ਕਲਾਸੀਫਾਈਡ ਡਾਕੂਮੈਂਟਸ ਬਾਹਰ ਆਏ ਨੇ ਜੀ। ਤਾਂ ਜਾ ਕੇ ਇਹ ਪਤਾ ਲੱਗਾ ਕਿ ਫਰਵਰੀ ਦੇ ਮਹੀਨੇ ਤੋਂ ਹੀ ਜਾਂ ਫਿਰ ਉਸ ਤੋਂ ਵੀ ਪਹਿਲਾਂ ਜੀ, ਫਰਵਰੀ ਦੇ ਮਹੀਨੇ ਦੀਆਂ ਤਾਂ 2 ਚਿੱਠੀਆਂ ਆ ਗਈਆਂ ਨਾ ਜੀ। ਹਾਂਜੀ ਹਾਂਜੀ। ਤੇ ਉਹ ਚਿੱਠੀਆਂ ਨੇ ਜਿਹੜੀਆਂ ਉਹ ਇਹ ਦੱਸਦੀਆਂ ਨੇ ਕਿ ਭਾਰਤ ਔਰ ਬਰਤਾਨੀਆ ਦੇ ਦਰਮਿਆਨ ਉਸ ਵੇਲੇ ਖਤੋ ਖਤਾਬਤ ਚੱਲ ਰਹੀ ਸੀ, ਆਪਸ ਵਿੱਚ ਸਲਾਹਾਂ ਕੀਤੀਆਂ ਜਾ ਰਹੀਆਂ ਸਨ ਵੀ ਕੀ ਕੀਤਾ ਜਾ ਸਕਦਾ ਤੇ ਦੱਸੋ ਕੀ ਕਰੀਏ। ਭਾਰਤ ਨੇ ਬਰਤਾਨੀਆ ਨੂੰ ਪੁੱਛਿਆ ਵੀ ਦੱਸੋ ਜੀ ਅਸੀਂ ਕੀ ਕਰੀਏ। ਤੇ ਬਰਤਾਨੀਆ ਸਿਰਫ ਗੱਲੀ ਬਾਤੀ ਸਲਾਹ ਦੇਣ ਤੱਕ ਨਹੀਂ ਗਿਆ। ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਮਰਜ਼ੀ ਨਾਲ, ਉਹਨਾਂ ਦੀ ਨੌਲੇਜ ਚ, ਉਹਨਾਂ ਦੀ ਇਜਾਜ਼ਤ ਨਾਲ, ਉਹਨਾਂ ਦੀ ਅਪਰੂਵਲ ਨਾਲ ਜੀ SAS ਦੇ ਲੋਕ ਇੱਥੇ ਆਏ, ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਜੀ। ਵਿਜ਼ਿਟ ਕਰਕੇ ਸਿਚੁਏਸ਼ਨ ਨੂੰ ਅਸੈਸ ਕੀਤਾ, ਸਿਚੁਏਸ਼ਨ ਨੂੰ ਅਸੈਸ ਕਰਕੇ ਇੱਕ ਪਲਾਨ ਬਣਾਇਆ ਜੀ। ਜਿਹੜਾ ਪਲਾਨ ਇਹਨਾਂ ਚਿੱਠੀਆਂ 'ਚ ਹੀ ਦੱਸਿਆ ਗਿਆ ਕਿ ਉਹ ਪਲਾਨ ਮਿਸਿਸ ਗਾਂਧੀ ਦੇ ਅੱਗੇ ਰੱਖਿਆ ਗਿਆ ਤੇ ਮਿਸਿਸ ਗਾਂਧੀ ਨੇ ਉਸ ਪਲਾਨ ਨੂੰ ਅਪਰੂਵ ਕਰ ਦਿੱਤਾ ਜੀ 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 ਜੀ। ਬਾਬਾ ਜੀ ਕੁਝ ਅਚਾਨਕ ਨਹੀਂ ਹੋਇਆ। ਅੱਛਾ ਬਾਬਾ ਜੀ, ਤੁਸੀਂ ਜਿਵੇਂ ਦੱਸ ਰਹੇ ਹੋ ਕਿ ਇਹ ਕਾਨੂੰਨ ਤਾਂ ਹੈ ਕਿ 30 ਸਾਲ ਬਾਅਦ ਜ਼ਾਹਿਰ ਹੋ ਜਾਂਦਾ ਹੈ
ਆਰਕਾਈਵ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ। ਇੱਦਾਂ ਹਿੰਦੁਸਤਾਨ ਵਿੱਚ ਵੀ ਕਾਨੂੰਨ ਹੈ, ਪਰ ਹਾਲੇ ਤੱਕ ਕੋਈ ਇਹਨਾਂ ਨੇ ਡਾਕੂਮੈਂਟ ਜ਼ਾਹਿਰ ਨਹੀਂ ਕੀਤੇ। ਇਹਦਾ ਮਤਲਬ ਇਹ ਬੁਨਿਆਦੀ ਤੌਰ 'ਤੇ ਭਾਰਤ ਦੇ ਵਿੱਚ ਔਰ ਇੰਗਲੈਂਡ ਦੇ ਵਿੱਚ ਫਰਕ ਹੈ ਉਹਨਾਂ ਦੇ ਅਮਲ ਵਿੱਚ ਲਿਆਉਣ ਦਾ ਉਸ ਪਾਲਿਸੀ ਨੂੰ। ਦੇਖੋ, ਜਿੱਥੋਂ ਤੱਕ ਅਮਲਾਂ ਦੀਆਂ ਗੱਲਾਂ ਨੇ ਜੀ, ਇਹ ਫਰਕ ਕਿੰਨੇ ਨੇ ਇਹ ਤੁਸੀਂ ਵੀ ਇੱਥੇ ਹੀ ਰਹੇ ਹੋ, ਹਾਂਜੀ, ਤੁਸੀਂ ਵੀ ਜਾਣਦੇ ਹੋ। ਜਿਹੜੇ ਲੋਕ ਹੋਰ ਇੱਥੋਂ ਬਾਹਰ ਚਲੇ ਗਏ ਨੇ ਉਹ ਵੀ ਜਾਣਦੇ ਨੇ। ਜੀ, ਜਿਹੜੇ ਬੁਨਿਆਦੀ ਫਰਕ ਹੈਗੇ ਨੇ ਉਹ ਅਜੇ ਵੀ ਹੈਗੇ ਹੀ ਨੇ। ਜੀ ਜੀ, ਮਤਲਬ ਕਿ ਅਜੇ ਸੱਚ ਉਸ ਤਰ੍ਹਾਂ ਇੱਥੇ ਉਜਾਗਰ ਨਹੀਂ ਹੁੰਦਾ ਜਿੱਦਾਂ ਬਾਹਰ ਹੋ ਜਾਂਦਾ ਹੈ। ਤੇ ਮੈਂ ਸਮਝਦਾ ਕਿ ਇਹਦੇ ਨਾਲ ਘੱਟੋ ਘੱਟ ਇਹ ਤਾਂ ਹੋ ਗਿਆ ਕਿ ਹੁਣ ਇੱਕ ਗੱਲ ਸਾਹਮਣੇ ਆ ਗਈ ਹੈ, ਗੱਲ ਕਲੀਅਰ ਹੋ ਗਈ ਹੈ। ਔਰ ਮੈਨੂੰ ਥੋੜਾ ਜਿਹਾ ਮੈਂ ਇੱਥੇ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਚਾਹਾਂਗਾ। ਮੈਨੂੰ ਅਫਸੋਸ ਹੁੰਦਾ ਹੈ ਕਈ ਲੋਕਾਂ ਦੇ ਮਾਈਂਡ ਸੈੱਟ ਤੇ, ਮੈਨੂੰ ਅਫਸੋਸ ਹੁੰਦਾ ਕਈ ਲੋਕਾਂ ਦੀ ਸਿਆਣਪ ਤੇ। ਕਈ ਵਾਰ BBC ਦੇ ਜਿਹੜੇ ਬਿਊਰੋ ਚੀਫ ਰਹੇ ਇੰਡੀਆ 'ਚ, ਮਾਰਕ ਟੋਲੀ, ਉਹਨਾਂ ਦਾ ਬਿਆਨ ਹੈ, ਮੈਂ ਉਹਦੇ ਤੋਂ ਥੋੜਾ ਜਿਹਾ ਹੈਰਾਨ ਹਾਂ। ਉਹਨਾਂ ਨੇ ਕਿਹਾ ਵੀ ਮੈਂ ਨਹੀਂ ਸਮਝਦਾ ਕਿ ਮਾਰਗਰੇਟ ਥੈਚਰ ਨੇ ਕੋਈ ਰੋਲ ਪਲੇ ਕੀਤਾ ਹੋਵੇ। ਬਿਲਕੁਲ ਬਿਲਕੁਲ, ਠੀਕ ਹੈ, ਠੀਕ ਹੈ। ਗੱਲ ਇੱਥੇ ਲਾਂਬਾ ਸਾਹਿਬ ਕਿਸੇ ਦੇ ਸਮਝਣ ਦੀ ਨਹੀਂ ਹੋ ਰਹੀ। ਹਾਂਜੀ, ਬਿਲਕੁਲ ਠੀਕ ਹੈ। ਗੱਲ ਤਾਂ ਹੁਣ ਦਸਤਾਵੇਜ਼ ਬੋਲਦੇ ਪਏ ਨੇ, ਬਿਲਕੁਲ ਡਾਕੂਮੈਂਟ ਹੈਗੇ, ਬਿਲਕੁਲ। ਕੋਈ ਇਹ ਕਿਆਸ ਰਾਈਆਂ ਨਹੀਂ ਹੋ ਰਹੀਆਂ। ਫਿਰ ਵੀ ਮਾਰਕ ਟੁਲੀ ਵਰਗੇ ਬੰਦੇ ਜਿਨ੍ਹਾਂ ਦੀ ਭਾਰਤੀ ਖੇਤਰ ਦੇ ਵਿੱਚ ਇੰਨਾ ਯੋਗਦਾਨ ਰਿਹਾ, ਜਿਨ੍ਹਾਂ ਨੇ ਭਾਰਤ ਦੇ ਵਿੱਚ ਇੰਨਾ ਕੰਮ ਕੀਤਾ ਹੈ, ਉਹ ਅਗਰ ਅੱਜ ਇਹ ਕਹਿੰਦੇ ਨੇ ਤੇ ਮੈਂ ਸਮਝਦਾ ਇਹ ਗੱਲ ਕੋਈ ਚੰਗੀ ਨਹੀਂ, ਇਹ ਅਫਸੋਸਨਾਕ ਗੱਲ ਹੈ। ਇਸੇ ਤਰ੍ਹਾਂ ਦੀ ਗੱਲ ਇੱਕ ਹੋਰ ਆਈ ਹੈ, ਜਿਹੜੇ ਇਸ ਸਾਰੀ ਕਾਰਵਾਈ ਦੇ ਇੰਚਾਰਜ ਸਨ ਜਨਰਲ KS ਬਰਾੜ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਐਸੀ ਕੋਈ ਗੱਲ ਨਹੀਂ ਸੀ ਹੋਈ ਜੀ, ਅਸੀਂ ਆਪੇ ਹੀ ਆਪਰੇਸ਼ਨ ਕੀਤਾ ਸੀ। ਜੀ 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 ਜੀ, ਮੈਂ ਫਿਰ ਇਹੀ ਕਹਿਣਾ ਚਾਹਾਂਗਾ ਕਿ ਜਨਰਲ KS ਬਰਾੜ ਹੁਣੀ ਇਸ ਮਾਮਲੇ ਤੇ ਕਿੰਨਾ ਠੀਕ ਬੋਲ ਸਕਦੇ ਨੇ, ਕਿੰਨਾ ਠੀਕ ਨਹੀਂ ਬੋਲ ਸਕਦੇ, ਇਹ ਵਿਸ਼ਵ ਦੇ ਸਾਰੇ ਸਿੱਖਾਂ ਨੂੰ ਪਤਾ। ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਚ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਤੇ ਜਨਰਲ KS ਬਰਾੜ ਇਹਦੇ ਬਾਰੇ ਹੁਣ ਇਹ ਕਹਿਣ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ, ਤੇ ਮੈਂ ਬੜਾ ਹੈਰਾਨ ਹਾਂ ਜਦੋਂ ਕਾਗਜ਼ਾਂ ਤੋਂ ਵੀ ਪਰੇ ਜਾ ਕੇ ਲੋਕ ਬੋਲਦੇ ਨੇ। ਠੀਕ ਹੈ, ਠੀਕ ਹੈ। ਖਾਸ ਕਰ ਉਦੋਂ ਜਦੋਂ ਓਰੀਜਨਲ ਕਾਪੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਹੋਣ, ਇੰਟਰਨੈਟ ਤੇ ਪੈ ਚੁੱਕੀਆਂ ਹੋਣ, ਉਦੋਂ ਵੀ ਇਹ ਬੋਲਦੇ ਨੇ। ਤੇ ਮੈਂ ਸਮਝਦਾ ਇਹਨਾਂ ਲੋਕਾਂ ਦਾ ਮਾਈਂਡ ਸੈੱਟ ਹੀ ਹੈ ਇੱਕ ਕਿ ਆਪਾਂ ਸਿੱਖਾਂ ਦੇ ਖਿਲਾਫ ਹੀ ਗੱਲ ਕਰਨੀ ਹੈ, ਹੋਰ ਆਪਾਂ ਕੁਝ ਨਹੀਂ ਕਰਨਾ। ਬਿਲਕੁਲ ਬਾਬਾ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਹੀ ਅਹਿਮ ਹੈ, ਕਿਉਂਕਿ ਜਿਹੜੇ ਦਸਤਾਵੇਜ਼ ਹਨ ਉਹ ਦੱਸਦੇ ਹਨ ਕਿ ਫਰਵਰੀ ਦੇ ਵਿੱਚ ਇਹ ਸਾਰੀ ਪਲੈਨਿੰਗ ਕੀਤੀ ਗਈ, ਇੰਗਲੈਂਡ ਨਾਲ ਗੱਲਬਾਤ ਹੋਈ। ਹੁਣ ਜਨਰਲ ਬਰਾੜ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਔਰ ਖੁਦ ਮੰਨਿਆ ਹੈ ਕਿ ਜਿਹੜੀ ਆਪਰੇਸ਼ਨ ਤੋਂ ਸਿਰਫ 1-2 ਦਿਨ ਪਹਿਲੇ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਨੂੰ ਦੱਸਿਆ ਵੀ ਨਹੀਂ ਗਿਆ। ਸੋ ਫਿਰ ਉਹ ਕਿਵੇਂ ਕਹਿ ਸਕਦੇ ਆ ਕਿ ਉਹਨਾਂ ਨੂੰ ਉਹ ਸਾਰੀ ਪਲੈਨਿੰਗ ਦੇ ਵਿੱਚ ਸ਼ਾਮਲ ਸਨ? ਦਰਅਸਲ ਇਹ ਫੌਜੀ ਤਾਂ ਇੱਕ ਕਿਸਮ ਦੇ ਮਰਸਨਰੀ ਹਨ। ਜੀ, ਮੈਂ ਤਾਂ ਲੰਬਾ ਸਾਹਿਬ ਪਹਿਲਾਂ ਹੀ ਕਿਹਾ, ਇਹ ਕਈਆਂ ਲੋਕਾਂ ਦਾ ਮਾਈਂਡ ਸੈੱਟ ਹੈ। ਇਹ ਆਪਣੇ ਮਾਈਂਡ ਸੈੱਟ ਤੋਂ ਬੋਲਦੇ ਨੇ, ਇਹ ਤੱਥਾਂ ਤੋਂ ਨਹੀਂ ਬੋਲਦੇ। ਜੀ, ਉਹ ਫਰਮਾਬਰਦਾਰੀ ਪੂਰੀ ਕਰਨੀ ਹੈ ਉਹਨਾਂ ਨੇ, ਆਪਣੀ ਫਰਮਾਬਰਦਾਰੀ ਪੂਰੀ ਕਰ ਰਹੇ ਨੇ। ਉਹਨਾਂ ਦਾ ਆਪਣਾ ਮਾਈਂਡ ਸੈੱਟ ਹੀ ਇਹ ਬਣ ਚੁੱਕਾ ਹੈ। ਜੀ, ਉਹ ਜਿਹੜੇ ਪਾਸੇ ਖੜੇ ਹੋ ਗਏ ਨੇ ਉਹ ਹੁਣ ਲੰਘ ਕੇ ਦੂਜੇ ਪਾਸੇ ਆ ਨਹੀਂ ਸਕਦੇ, ਉਹਨਾਂ ਦੀ ਮਜਬੂਰੀ ਵੀ ਅਸੀਂ ਸਮਝਦੇ ਹਾਂ। ਉਹ ਜਿੱਧਰ ਖੜ ਚੁੱਕੇ ਨੇ, ਇੰਨੇ ਸਮੇਂ ਤੋਂ ਖੜੇ ਨੇ, ਇੰਨੇ ਗਲਤ ਤਰੀਕੇ ਨਾਲ ਖੜੇ ਨੇ ਔਰ ਇੰਨੇ ਡਟ ਕੇ ਖੜੇ ਹੋ ਚੁੱਕੇ ਨੇ ਕਿ ਅੱਜ ਉਹ ਕ੍ਰਾਸ ਕਰਕੇ ਇੱਧਰਲੇ ਪਾਸੇ ਨਹੀਂ ਆ ਸਕਦੇ। ਇਸ ਕਰਕੇ ਇਹ ਗੱਲ ਸਾਨੂੰ ਵੀ ਸਮਝ ਲੈਣੀ ਚਾਹੀਦੀ ਹੈ। ਜੀ, ਬਿਲਕੁਲ ਠੀਕ ਹੈ। ਬਾਬਾ ਜੀ, ਇੱਕ ਚੀਜ਼ ਹੋਰ ਬੜੀ ਹੈਰਾਨੀ ਹੋ ਰਹੀ ਹੈ ਕਿ ਡੇਵਿਡ ਕੈਮਰਨ ਪ੍ਰਧਾਨ ਮੰਤਰੀ ਨੇ ਇੱਕਦਮ ਇਸ ਦੀ ਇਨਕੁਆਇਰੀ ਲਈ ਆਪਣੇ ਬਹੁਤ ਸੀਨੀਅਰ ਜਿਹੜੇ ਉਹਨਾਂ ਦੇ ਸਿਵਲ ਸਰਵੈਂਟ ਹਨ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਇਹਨਾਂ ਦੀ ਤਫਤੀਸ਼ ਕਰੋ ਔਰ ਦੱਸੋ ਕੀ ਹੋਇਆ। ਸੋ ਇੱਕ ਪਾਸੇ ਤਾਂ ਉਹ ਹੋ ਗਿਆ ਔਰ ਦੂਸਰੇ ਪਾਸੇ ਇਸ ਤਰ੍ਹਾਂ ਉਹਨਾਂ ਨੇ ਪਾਰਲੀਮੈਂਟ ਨੂੰ ਵੀ ਗੁੰਮਰਾਹ ਕੀਤਾ। ਇਹਦਾ ਮਤਲਬ ਕਿਉਂਕਿ ਉਹਨਾਂ ਦਾ ਫਰਜ਼ ਸੀ ਮਾਰਗਰੇਟ ਥੈਚਰ ਦਾ ਉਸ ਵੇਲੇ ਦੀ ਸਰਕਾਰ ਦਾ ਪਾਰਲੀਮੈਂਟ ਕੋਲੋਂ ਮਨਜ਼ੂਰੀ ਲੈਣੀ, ਇਹਦਾ ਮਤਲਬ ਉਹਨਾਂ ਨੇ ਆਪਣੀ ਸਰਕਾਰ ਔਰ ਆਪਣੇ ਲੋਕਾਂ ਨਾਲ ਵੀ ਧੋਖਾ ਕੀਤਾ। ਦੇਖੋ, ਗੱਲ ਇੱਕ ਹੈ ਜੀ, ਇਹ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਕਿ ਇੰਡੀਆ ਜਿਹੜਾ ਇੰਟਰਨਲ ਮਾਮਲੇ ਤੇ, ਆਪਣੇ ਅੰਦਰੂਨੀ ਮਾਮਲੇ ਤੇ ਆਪਣੇ ਹੀ ਨਾਗਰਿਕਾਂ ਨਾਲ ਕਿਵੇਂ ਡੀਲ ਕਰੇ, ਇਹ ਬਰਤਾਨੀਆ ਨੂੰ ਪੁੱਛਣ ਜਾ ਰਹੇ। ਬਿਲਕੁਲ ਬਿਲਕੁਲ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦੇ ਹਾਂ ਤੇ ਉਸ ਵੇਲੇ
ਜਦੋਂ ਅਸੀਂ ਏਡੀ ਵੱਡੀ ਤਾਕਤ ਹੋਣ ਦਾ ਦਾਅਵਾ ਕਰੀਏ, ਏਡਾ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰੀਏ, ਤੇ ਅਸੀਂ ਆਪਣੇ ਇੱਕ ਇੰਟਰਨਲ ਮਾਮਲੇ ਨਾਲ, ਇੱਕ ਭਾਈਚਾਰੇ ਨਾਲ ਅਸੀਂ ਕਿਵੇਂ ਨਜਿੱਠਣਾ ਹੈ, ਉਹਨਾਂ ਦੇ ਲੋਕਾਂ ਨਾਲ ਅਸੀਂ ਕਿਵੇਂ ਨਜਿੱਠਣਾ। ਜੇ ਕੋਈ ਪ੍ਰੋਬਲਮ ਮੈਂ ਸਮਝਦਾ ਆ ਵੀ ਗਈ ਹੈ ਤੇ ਉਹਦੇ ਲਈ ਬਰਤਾਨੀਆ ਤੱਕ ਜਾਂਦੇ ਨੇ ਕਿ ਸਾਨੂੰ ਦੱਸੋ ਅਸੀਂ ਕਰੀਏ ਕੀ, ਸਾਨੂੰ ਪਲਾਨ ਬਣਾ ਕੇ ਦਿਓ, ਫਿਰ ਉਸ ਪਲਾਨ ਨੂੰ ਅਪਰੂਵ ਕਰਦੇ ਨੇ। ਹਾਂਜੀ, ਦੇਖੋ ਹੁਣ ਇੱਕ ਗੱਲ ਹੈ, ਦਸਤਾਵੇਜ਼ਾਂ ਨੇ, ਇਹ ਜਨਰਲ ਬਰਾੜ ਅੱਜ ਜੋ ਮਰਜ਼ੀ ਕਹਿਣ ਤੇ ਮਾਰਕ ਟੱਲੀ ਅੱਜ ਜੋ ਮਰਜ਼ੀ ਕਹਿਣ, ਦਸਤਾਵੇਜ਼ਾਂ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਇੱਕ ਪਲਾਨ ਬਰਤਾਨੀਆ ਦੇ ਲੋਕਾਂ ਨੇ ਬਣਾਇਆ ਸੀ, ਬਰਤਾਨੀਆ ਦੇ ਫੌਜ ਨੇ ਬਣਾਇਆ ਸੀ, ਉਹ ਪਲਾਨ ਨੂੰ ਇੰਦਰਾ ਗਾਂਧੀ ਨੇ ਅਪਰੂਵ ਕੀਤਾ ਸੀ। ਇਸ ਗੱਲ ਤੋਂ ਅੱਜ ਕੋਈ ਇਨਕਾਰੀ ਨਹੀਂ ਹੋ ਸਕਦਾ। ਇਹ ਗੱਲ ਤਾਂ ਹੋ ਗਈ ਬੜੀ ਸਪਸ਼ਟ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਬਾਬਾ ਜੀ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਇਹਦਾ ਮਤਲਬ ਹੈ ਸ਼ਾਇਦ ਇੰਦਰਾ ਗਾਂਧੀ ਨੇ ਉਹ ਸਾਬਤ ਕਰ ਦਿੱਤਾ ਅਮਲੀ ਤੌਰ ਤੇ ਜਿਹੜਾ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਵਿਦੇਸ਼ੀ ਹੱਥ ਹੈ। ਇਹ ਇੱਕ ਨਾਰਾ ਸੀ, ਜਿਹੜੀ ਵੀ ਪ੍ਰੋਬਲਮ ਹੈ ਉਹਦੇ 'ਚ ਵਿਦੇਸ਼ੀ ਹੱਥ ਹੈ। ਉਹ ਸ਼ਾਇਦ ਉਹਨਾਂ ਦੀ ਗੱਲ ਅੱਜ ਸਹੀ ਸਾਬਤ ਹੋ ਗਈ ਕਿ ਵਾਕਈ ਹੀ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਵੀ ਵਿਦੇਸ਼ੀ ਹੱਥ ਸੀ। ਲੰਬਾ ਸਾਹਿਬ, ਇਹ ਗੱਲ ਅਗਰ ਤੁਸੀਂ ਮੈਨੂੰ ਪਰਸੋਂ ਤੱਕ ਪੁੱਛਦੇ ਜੀ ਤੇ ਸ਼ਾਇਦ ਇਹਦਾ ਜਵਾਬ ਕੁਝ ਹੋਰ ਹੁੰਦਾ। ਹਾਂਜੀ, ਪਰ ਅੱਜ ਇਹਦਾ ਜਵਾਬ ਇਹ ਹੋ ਸਕਦਾ ਹੈ ਕਿ ਅਜੇ ਤਾਂ ਇਹ ਗੱਲ ਵੀ ਬਾਹਰ ਆਉਣੀ ਬਾਕੀ ਹੈ। ਹਾਂਜੀ, ਕਿ ਕਿਆ ਕੱਲੇ ਬਰਤਾਨੀਆ ਨੂੰ ਹੀ ਕੰਸਲਟ ਕੀਤਾ? ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦੇ ਬਰਤਾਨੀਆ ਤੋਂ ਹੀ ਪਲਾਨ ਬਣਵਾਇਆ ਗਿਆ, ਕਈ ਹੋਰ ਦੇਸ਼ਾਂ ਨੂੰ ਇਨਵੋਲਵ ਨਹੀਂ ਸੀ ਕੀਤਾ ਗਿਆ। ਜੀ ਜੀ, ਉਹਨਾਂ ਨੇ ਕੀ ਕੀ ਸਲਾਹਾਂ ਦਿੱਤੀਆਂ ਸਨ? ਦੇਖੋ, ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਬਰਤਾਨੀਆ ਨੇ ਭਾਰਤ ਨੂੰ ਜੇ ਦਿੱਤਾ ਤਾਂ ਮਿਲਟਰੀ ਐਕਸ਼ਨ ਦਾ ਪਲਾਨ ਦਿੱਤਾ। ਹਾਲਾਂਕਿ ਦਸਤਾਵੇਜ਼ ਇਹ ਨਹੀਂ ਕਹਿੰਦੇ ਕਿ ਵਾਟ ਵਾਸ ਦਾ ਪਲਾਨ। ਹਾਂਜੀ, ਪਰ ਇੱਕ ਪਲਾਨ ਦਿੱਤਾ ਜਿਹੜਾ ਮਿਸਿਸ ਇੰਦਰਾ ਗਾਂਧੀ ਨੇ ਅਪਰੂਵ ਕੀਤਾ, ਤੇ ਅਪਰੂਵ ਕਰਨ ਤੋਂ ਬਾਅਦ ਤਾਂ ਫਿਰ ਆਪਰੇਸ਼ਨ ਬਲੂ ਸਟਾਰ ਹੀ ਹੋਇਆ ਨਾ। ਬਿਲਕੁਲ 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 ਬਿਲਕੁਲ, ਸਰਕਮਸਟੈਂਸ਼ੀਅਲ ਐਵੀਡੈਂਸ ਹੈ। ਬਿਲਕੁਲ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਕਿ ਹਾਂ ਕਿ ਇੱਕ ਪਲਾਨ ਬਣਿਆ ਸੀ। ਦੇਖੋ, ਅਫਸੋਸ ਸਭ ਤੋਂ ਵੱਡਾ ਇਸ ਗੱਲ ਦਾ ਕਿ ਬਰਤਾਨੀਆ ਨੇ ਕੋਈ ਪੀਸਫੁਲ ਸੋਲੂਸ਼ਨ ਇੰਡੀਆ ਨੂੰ ਆਫਰ ਨਹੀਂ ਕੀਤਾ, ਕੋਈ ਸੁਜੈਸਟ ਨਹੀਂ ਕੀਤਾ ਕਿ ਤੁਸੀਂ ਐਂ ਕਰ ਲਓ ਕਿ ਤੁਹਾਡੇ ਘਰ ਲੜਾਈ ਵੀ ਨਾ ਪਵੇ, ਕਿ ਤੁਹਾਡੇ ਲੋਕ ਆਪਣੇ ਵੀ ਨਾ ਮਰਨ, ਤੇ ਤੁਸੀਂ ਐਂ ਕਰਕੇ ਇਸ ਮਸਲੇ ਦਾ ਹੱਲ ਕਰੋ। ਇਹ ਤਾਂ ਕੋਈ ਵੀ ਕਹਿ ਜਾਏਗਾ ਨਾ ਵੀ ਅੱਛਾ ਵੀ ਜੇ ਦੋ ਬੰਦਿਆਂ ਦੀ ਲੜਾਈ ਹੁੰਦੀ ਹੈ ਤਾਂ ਕੋਈ ਵੀ ਕਹਿ ਜਾਏਗਾ ਵੀ ਦੋਨੋਂ ਘਸੁੰਨ ਮੁੱਕੀ ਹੋ ਕੇ ਦੇਖ ਲਓ ਯਾਰ ਜਿੱਦਾਂ ਜੀ 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 ਜੀ। ਤੇ ਉਹਦੇ ਚ ਨੁਕਸਾਨ ਹੋ ਜਾਏਗਾ। ਉਹਦੇ ਚ ਕੀ ਨੁਕਸਾਨ ਹੋਣਗੇ, ਉਹਦੀਆਂ ਰੈਪਰਕਸ਼ਨਸ ਕੀ ਹੋਣਗੀਆਂ, ਉਹਦੀ ਆਫਟਰ ਇਫੈਕਟਸ ਕੀ ਹੋਣਗੇ, ਉਹਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ, ਇਹ ਬਰਤਾਨੀਆ ਨੇ ਨਹੀਂ ਸੋਚਿਆ। ਤੇ ਵੱਡੀ ਗੱਲ ਇਹ ਹੈ ਕਿ ਜੋ ਬਰਤਾਨੀਆ ਨੇ ਬਣਾ ਕੇ ਦਿੱਤਾ, ਕਿਉਂਕਿ ਉਹ ਬਰਤਾਨੀਆ ਨੇ ਬਣਾ ਕੇ ਦਿੱਤਾ ਸੀ, ਕਿਉਂਕਿ ਉਹ ਗੋਰੇ ਹੱਥਾਂ ਨੇ ਬਣਾ ਕੇ ਦਿੱਤਾ ਸੀ, ਤੇ ਸਾਡੀ ਮੈਂਟੈਲਿਟੀ ਇਹ ਵੀ ਜੋ ਉਹਨਾਂ ਨੇ ਕਹਿ ਦਿੱਤਾ ਅਸੀਂ ਕਰਨ ਨੂੰ ਤਿਆਰ ਹਾਂ ਹਰ ਵੇਲੇ, ਤੇ ਅਸੀਂ ਉਹ ਕਰ ਦਿੱਤਾ। ਬਿਲਕੁਲ। ਬਾਬਾ ਜੀ, ਬਹੁਤ ਹੀ ਤੁਸੀਂ ਅਹਿਮ ਜਾਣਕਾਰੀ ਦੇ ਰਹੇ ਹੋ, ਔਰ ਮੈਂ ਬੇਨਤੀ ਕਰਾਂਗਾ ਤੁਹਾਡੇ ਨਾਲ 2-4 ਮਿੰਟ ਹੋਰ ਲਗਾਵਾਂਗੇ, ਪਰ ਇੱਕ ਸਾਨੂੰ ਵਕਫਾ ਜ਼ਰੂਰ ਲੈਣਾ ਪੈਣਾ, ਸੋ ਕਿਰਪਾ ਕਰਕੇ ਸਾਡੇ ਨਾਲ ਲਾਈਨ ਦੇ ਉੱਤੇ ਬਣੇ ਰਹੋ। ਇਹਦੇ ਬਾਅਦ ਅਸੀਂ ਬਾਕੀ ਗੱਲ ਨੂੰ ਕਰਾਂਗੇ। ਹਾਂਜੀ, ਬਹੁਤ ਬਹੁਤ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695।
ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917728 0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. गुरु की आशे चलिए अपना जीवन सफल बनाइए। आओ गुरु की आशे चलिए अपना जीवन सफल बनाइए। अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा। शेर आटा घर लाओ। महाराजा क्वालिटी स्वीट्स एंड स्नैक्स न्यूयॉर्क विच प्योर वेजिटेरियन खाना। देसी घ्यो दियां मठाइयां, स्नैक्स ਅਤੇ ਪੂਰੀ ਛੋਲੇ ਦੇ ਬਾਦਸ਼ਾਹ ਸਾਡੀ ਪਛਾਣ ਖਾਣੇ ਦੇ ਨਾਲ ਨਾਲ ਗਾਹਕਾਂ ਦੀ ਪੂਰੀ ਤਸੱਲੀ ਹੈ। ਅਸੀਂ ਕੇਟਰਿੰਗ ਵੀ ਕਰਦੇ ਹਾਂ। ਸਾਡੀ ਸ਼ਾਪ ਮਹਾਰਾਜਾ ਸਵੀਟ 73/10 37th ਐਵਨਿਊ ਜੈਕਸਨ ਹਾਈਟਸ ਵਿੱਚ ਹੈ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 718-505-2680। पप्पू स्वीट्स वाह बई वाह। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ 399 a pound. Always fresh buffet. Sitting capacity for 50 people. Occasion ਚਾਹੇ ਕੋਈ ਵੀ ਹੋਵੇ, ਯਾਦ ਰੱਖੋ ਪੱਪੂ Sweets. For more information, call Puppu Sweets. We are located at major intersection, William Parkway, Cressler Drive. दीदी मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है लक्ष्मी? आई आई, पहले अपनी आंखें बंद करो। दीदी ऐसा घी सिर्फ मम्मी ही बना सकती है। सब लक्ष्मी माँ की कृपा है। लक्ष्मी घी Made pure, made fresh, made here.
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਜਲੰਧਰ ਤੋਂ yespunjab.com ਦੇ ਐਡੀਟਰ ਤੇ ਸੀਨੀਅਰ ਜਰਨਲਿਸਟ ਸਰ HS ਬਾਵਾ, ਜੋ ਬਰਤਾਨੀਆ ਦੀ ਸ਼ਮੂਲੀਅਤ ਜਾਂ ਉਹਨਾਂ ਦਾ ਯੋਗਦਾਨ ਸਿੱਖਾਂ ਦੇ ਉੱਤੇ ਉਸ ਹਮਲੇ ਦੇ ਵਿੱਚ ਹੈ ਸੀ, ਉਹਦੇ ਬਾਰੇ ਬਹੁਤ ਹੀ ਜਾਣਕਾਰੀ ਦੇ ਰਹੇ ਹਨ। ਬਾਬਾ ਜੀ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵਕਫੇ ਦੇ ਬਾਅਦ। ਜੀ ਆਇਆਂ ਨੂੰ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਬਾਬਾ ਜੀ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਮੇਰੀ ਇੱਕ ਗੱਲ ਆਮ ਸਮਝ ਤੋਂ ਬਾਹਰ ਚਲੀ ਜਾਂਦੀ ਹੈ ਕਿ ਕਿਵੇਂ ਕੋਈ ਬੰਦਾ ਆਪਣੀ ਪਰਸਨੈਲਿਟੀ ਨੂੰ ਸਪਲਿਟ ਪਰਸਨੈਲਿਟੀ ਕਰਕੇ ਜੀ ਸਕਦਾ ਹੈ। ਮੁਲਕ ਵੀ ਇੱਦਾਂ ਕਰ ਸਕਦੇ ਹੈ। ਅੰਗਰੇਜ਼ ਇੱਕ ਪਾਸੇ ਤਾਂ ਪੰਜਾਬੀਆਂ ਨੂੰ, ਸਿੱਖਾਂ ਨੂੰ, ਹਿੰਦੁਸਤਾਨੀਆਂ ਨੂੰ ਬੁਰੀ ਤਰ੍ਹਾਂ ਕੁੱਟਦੇ ਸੀ, ਔਰ ਦੂਸਰੇ ਪਾਸੇ ਪੰਜਾਬ ਦੇ ਸਕੂਲਾਂ ਦੇ ਵਿੱਚ ਉਹਨਾਂ ਨੇ ਇਜਾਜ਼ਤ ਵੀ ਦੇ ਦਿੱਤੀ ਕਿ ਤੁਸੀਂ ਸਕੂਲਾਂ ਦੇ ਟੈਕਸਟ ਬੁੱਕ ਵਿੱਚ ਪੜ੍ਹਾ ਸਕਦੇ ਹੋ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਇੱਕ ਪਾਸੇ ਤਾਂ 1984 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਸਿੱਖਾਂ ਦਾ ਆਹੂ ਲਾਉਣ ਦੇ ਉੱਤੇ ਤੁਲੀ ਹੋਈ ਹੈ, ਭਾਰਤ ਦੀ ਮਦਦ ਕਰ ਰਹੀ ਹੈ, ਔਰ ਦੂਸਰੇ ਪਾਸੇ ਕੁਈਨ ਐਲਿਜ਼ਾਬੈਥ ਦਰਬਾਰ ਸਾਹਿਬ ਆਉਂਦੇ ਹੈ, ਡੇਵਿਡ ਕੈਮਰਨ ਆਉਂਦੇ ਹੈ, ਔਰ ਉੱਥੇ ਆ ਕੇ ਇਹ ਕਿਵੇਂ ਇਹ ਪੋਸੀਬਲ ਹੈ? ਡਿਊਐਲਿਟੀ ਆਫ ਪਰਸਨੈਲਿਟੀ ਜਿਹੜੀ ਹੈ, ਮੁਲਕ ਵੀ ਇੰਨੇ ਵੱਡਾ ਆਪਣਾ ਦੋ ਚਿਹਰੇ ਰੱਖ ਕੇ ਤੁਰ ਸਕਦੇ ਹੈਗੇ? ਦੇਖੋ, ਮੁਲਕਾਂ ਦੇ ਚਿਹਰੇ ਤਾਂ ਬਦਲਦੇ ਹੀ ਰਹਿੰਦੇ ਨੇ ਬੰਦਿਆਂ ਦੇ ਨਾਲ ਜੀ, ਜਿੱਥੋਂ ਤੱਕ ਮੇਰੀ ਸਮਝ ਹੈ। ਜਿਹੜਾ ਐਟ ਦਾ ਹੈਲਮ ਆਫ ਅਫੇਅਰਸ ਹੁੰਦਾ ਉਹ ਕੀ ਸੋਚਦਾ, ਉਹ ਗੱਲ ਤਾਂ ਇਹ ਮੈਟਰ ਕਰਦੀ ਹੈ। ਜੀ, ਮਾਰਗਰੇਟ ਥੈਚਰ ਨੇ ਕੀ ਸੋਚਿਆ, ਉਹਨੇ ਕਰ ਦਿੱਤਾ। ਡੇਵਿਡ ਕੈਮਰਨ ਕੀ ਸੋਚਦੇ ਨੇ, ਜਾਂ ਕਈ ਵਾਰ ਕੀ ਹੁੰਦਾ ਕਿ ਹਾਲਾਤ ਤੁਹਾਨੂੰ ਕਿੱਦਾਂ ਦਾ ਮੌਕਾ ਦਿੰਦੇ ਨੇ, ਜਾਂ ਹਾਲਾਤ ਤੁਹਾਨੂੰ ਕਿੱਥੇ ਲਿਆ ਕੇ ਖੜੇ ਕਰ ਦਿੰਦੇ ਨੇ ਕਿ ਤੁਹਾਨੂੰ ਕੀ ਡਿਸੀਜਨ ਲੈਣਾ ਪੈਂਦਾ। ਜੀ ਜੀ, ਕੀ ਇੰਦਰਾ ਗਾਂਧੀ ਹੁਣਾਂ ਨੇ ਆਖਿਆ ਕਿ ਮਾਰਗਰੇਟ ਥੈਚਰ ਨੇ ਇਹ ਕਰ ਦਿੱਤਾ? ਹਾਂਜੀ। ਤੇ ਕੀ ਅੱਜ ਹਾਲਾਤ ਬਣ ਗਏ ਤੇ ਕਿਵੇਂ ਬਰਤਾਨੀਆ ਐਕਸਪੋਜ਼ ਹੋ ਗਿਆ ਕਿ ਡੇਵਿਡ ਕੈਮਰਨ ਨੂੰ ਇੱਕੋ ਦਮ ਜਾਂਚ ਦੇ ਆਰਡਰ ਕਰਨੇ ਪਏ? ਜੀ ਜੀ। ਤੇ ਮੇਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤਾਂ ਹੁਣ ਇਹ ਚਾਹੁੰਦਾ ਕਿ ਜੇ ਬਰਤਾਨੀਆ ਆਪਣੀਆਂ ਬਾਹਰ ਆਈਆਂ ਚਿੱਠੀਆਂ ਦੇ ਮਾਮਲੇ 'ਚ, ਜਿਹਦੇ ਵਿੱਚ ਵੱਡਾ ਕਿਰਦਾਰ, ਵੱਡਾ ਕਰੈਕਟਰ ਇੰਡੀਆ ਦਾ, ਇਹਨਾਂ ਦੋਵਾਂ ਚੋਂ ਹਾਲੇ ਵੀ ਵੱਡਾ ਕਰੈਕਟਰ ਇੰਡੀਆ ਹੈ, ਕਿਉਂਕਿ ਇੰਡੀਆ ਫੀਲਡ ਸੀਗਾ, ਇੰਡੀਆ ਦੇ ਵਿੱਚ ਇਹ ਸਾਰੀ ਗੱਲ ਹੋਈ, ਇੰਡੀਆ ਨੇ ਇਹ ਐਗਜ਼ੀਕਿਊਟ ਕੀਤੀ, ਇੰਡੀਆ ਦਾ ਇਹ ਮਸਲਾ ਸੀ, ਇੰਡੀਆ ਨੇ ਆਪਣੇ ਲੋਕਾਂ ਨਾਲ ਕੀ ਕੀਤਾ ਇਹ ਉਹਦੀ ਗੱਲ ਹੈ। ਇਸ ਕਰਕੇ ਇਹਨਾਂ ਦੋਨਾਂ ਵਿੱਚੋਂ ਵੱਡਾ ਕਰੈਕਟਰ ਇੰਡੀਆ। ਜੀ ਜੀ। ਤੇ ਜੇ ਵੱਡਾ ਕਰੈਕਟਰ ਇੰਡੀਆ, ਕਿਆ ਅਸੀਂ ਇਹ ਤਵੱਕੋ ਕੋਈ ਰੱਖੀਏ? ਮੈਂ ਤਾਂ ਆਪਣੇ ਆਪ ਨੂੰ ਇਹ ਸਵਾਲ ਕਰ ਰਿਹਾ ਕਿ ਕਿਆ ਅਸੀਂ ਕੋਈ ਐਸੀ ਤਵੱਕੋ ਰੱਖੀਏ ਕਿ ਭਾਰਤ ਵੀ ਇਦਾਂ ਦੇ ਕੋਈ ਡਾਕੂਮੈਂਟ ਕੱਢ ਕੇ ਸਾਡੇ ਸਾਹਮਣੇ ਰੱਖੇਗਾ ਵੀ ਦੇਖੋ ਜੀ ਅਸੀਂ ਆਹ ਕਿਹਾ ਸੀ? ਜੀ 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 ਜੀ, ਬਿਲਕੁਲ। ਮੈਨੂੰ ਤਾਂ ਉਸ ਦਿਨ ਦੀ ਉਡੀਕ ਹੈ ਜਿਸ ਦਿਨ ਇੰਡੀਆ ਦੇ ਪ੍ਰਧਾਨ ਮੰਤਰੀ ਸਰਦਾਰ ਸਾਡੇ ਆਪਣੇ ਭਾਈਚਾਰੇ ਚੋਂ ਡਾਕਟਰ ਮਨਮੋਹਨ ਸਿੰਘ ਹੋਣੀ ਕਹਿਣ ਵੀ ਲਓ ਜੀ ਮੈਂ ਵੀ ਆਰਡਰ ਕਰ ਦਿੱਤੀ ਜੀ ਇੱਥੋਂ ਇਨਕੁਆਇਰੀ ਕਿ ਇਹ ਚੈੱਕ ਕੀਤਾ ਜਾਵੇ ਕਿ ਇੱਕ ਅੰਦਰੂਨੀ ਮਾਮਲੇ ਦੇ ਵਿੱਚ ਬਾਹਰਲੀ ਦਖਲ ਅੰਦਾਜ਼ੀ ਕਿੱਦਾਂ ਲਈ ਗਈ, ਕਿਵੇਂ ਉਹਨੂੰ ਪ੍ਰਵਾਨ ਕੀਤਾ ਗਿਆ, ਕਿਵੇਂ ਉਹ ਮੰਗੀ ਗਈ ਤੇ ਆਈ, ਤੇ ਉਹਨੂੰ ਕਿਉਂ ਪ੍ਰਵਾਨ ਕੀਤਾ ਗਿਆ, ਕਿਵੇਂ ਪ੍ਰਵਾਨ ਕੀਤਾ ਗਿਆ। ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ ਇੱਕ ਗੱਲ ਨੂੰ ਆਪਾਂ ਬਾਹਰ ਕਿਉਂ ਲੈ ਗਏ? ਜੀ 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 ਜੀ, ਬਹੁਤ ਵੱਡੀ ਗੱਲ ਹੈ। ਪਰ ਬਾਬਾ ਜੀ, ਇਹਦੇ ਦੋ ਪੱਖ ਹੈ। ਸਰਦਾਰ ਮਨਮੋਹਨ ਸਿੰਘ ਨੇ ਤਾਂ ਜਦੋਂ ਪਹਿਲੇ ਵੀ 2G ਸਕੈਮ ਵਗੈਰਾ ਦਾ ਹੋਇਆ, ਉਹਨਾਂ ਨੇ ਤਾਂ ਪਾਰਲੀਮੈਂਟ 'ਚ ਕਹਿ ਦਿੱਤਾ ਕਿ ਮੈਂ ਕੋਈ ਫਾਈਲਾਂ ਦਾ ਕਸਟੋਡੀਅਨ ਤੇ ਹੈ ਨਹੀਂਗਾ, ਮੇਰੇ ਕੋਲ ਫਾਈਲਾਂ ਥੋੜ੍ਹੀ ਆਉਂਦੀਆਂ, ਮੈਂ ਤਾਂ ਪ੍ਰਧਾਨ ਮੰਤਰੀ ਹੈਗਾ। ਮੈਂ ਡਾਕਟਰ ਮਨਮੋਹਨ ਸਿੰਘ ਬਾਰੇ ਨਾ ਥੋੜਾ ਜਿਹਾ ਅੱਗੇ ਹੋਰ ਚਲੇ ਜਾਣਾ ਜੀ। ਮੈਨੂੰ ਇਹ ਲੱਗਦਾ ਕਿ ਇੱਕ ਸਰਕਾਰ ਸੀ ਇੰਡੀਆ ਦੀ, ਇੰਦਰਾ ਗਾਂਧੀ ਦੀ ਜੀ, ਜਿਹਨੇ ਏਡਾ ਵੱਡਾ ਫੈਸਲਾ ਲੈ ਲਿਆ, ਹਾਲਾਂਕਿ ਅਸੀਂ ਉਸ ਫੈਸਲੇ ਨੂੰ ਠੀਕ ਨਹੀਂ ਮੰਨਦੇ, ਏਡਾ ਵੱਡਾ ਫੈਸਲਾ ਲੈ ਲਿਆ ਕਿ ਆਪਣੇ ਦੇਸ਼ ਦੇ ਲੋਕਾਂ ਨਾਲ ਕਿਵੇਂ ਨਿਬੜਨਾ। ਹਾਂਜੀ। ਇਹ ਸਲਾਹ ਲੈਣ ਬਾਹਰ ਚਲੇ ਗਏ, ਬਾਹਰੋਂ ਬੰਦੇ ਆਏ, ਉਹਨਾਂ ਨੇ ਪਲਾਨ ਬਣਾ ਕੇ ਦਿੱਤਾ, ਉਸ ਪਲਾਨ ਨੂੰ ਅਸੀਂ ਅਪਰੂਵ ਕੀਤਾ ਔਰ ਫਿਰ ਅਸੀਂ ਉਹਨੂੰ ਐਗਜ਼ੀਕਿਊਟ ਕੀਤਾ। ਉਹਦਾ ਮੁੱਲ ਕਿੰਨੇ ਕੀ ਤਾਰਿਆ ਇਹ ਇਤਿਹਾਸ 'ਚ ਅੱਜ ਵੀ ਦਰਜ ਹੈ। ਉਹਦੇ ਜ਼ਖਮ ਅੱਜ ਵੀ ਹਰੇ ਨੇ। ਬਿਲਕੁਲ ਬਿਲਕੁਲ। ਪਰ ਇੱਕ ਅੱਜ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੈ ਜਿਹੜੀ ਦੂਜੇ ਦੇਸ਼ਾਂ ਨੂੰ ਇਹ ਕਹਿਣ ਤੋਂ ਵੀ ਘਬਰਾਉਂਦੀ ਹੈ ਕਿ ਪੱਗ ਸਿੱਖਾਂ ਲਈ ਕੀ ਹੁੰਦੀ ਹੈ ਤੇ ਸਿੱਖਾਂ ਦੀ ਆਇਡੈਂਟੀਟੀ ਕੀ ਹੁੰਦੀ ਹੈ ਤੇ ਸਿੱਖਾਂ ਨਾਲ ਕਿੱਦਾਂ ਡੀਲ ਕੀਤਾ ਜਾਵੇ। ਇੱਕ ਲੈਜੀਟੀਮੇਟ ਡਿਮਾਂਡ ਹੈ ਸਿੱਖਾਂ ਦੀ, ਇੱਕ ਲੈਜੀਟੀਮੇਟ ਡਿਮਾਂਡ ਹੈ। ਮੈਂ ਦੋਨਾਂ ਚੀਜ਼ਾਂ ਨੂੰ ਲਿੰਕ ਕਰ ਰਿਹਾ, ਮਾਫ ਕਰਨਾ। ਪਰ ਤੁਸੀਂ ਸਰਕਾਰਾਂ ਦੇ, ਤੁਸੀਂ ਕਿਹਾ ਵੀ ਉਹਨਾਂ ਦੀ ਸਰਕਾਰ ਦਾ ਕਰੈਕਟਰ, ਮਾਰਗਰੇਟ ਥੈਚਰ ਦਾ ਕਰੈਕਟਰ ਤੇ ਡੇਵਿਡ ਕੈਮਰਨ ਦਾ ਕਰੈਕਟਰ,
मैं कहना इंदिरा गांधी का करैक्टर देखो कि वो एक गलत काम वास्ते हाँ जी एक नैगेटिव अप्रोच लैके वो बरतानिया को चले गए। ਅਸੀਂ एक पॉजिटिव गल लैके कि सिख साडे नागरिक ने, मैं खुद सिख हाँ, साडा प्रधान मंत्री नहीं तुरदा, ਅਸੀਂ ਜਿਹੜੇ ਸਿੱਖ ਲੀਡਰ ਨੇ, ਜਿਹੜੇ ਸਿੱਖ ਪੱਤਰਕਾਰ ਨੇ, ਅਸੀਂ ਚੋਭਾ ਮਾਰ ਰਹਿ ਗਏ, ਪ੍ਰਧਾਨ ਮੰਤਰੀ ਨੂੰ ਚੁੱਭਦੀ ਹੀ ਨਹੀਂ ਕਰਦਾ। ਬਾਬਾ ਜੀ ਬਹੁਤ ਬਹੁਤ ਧੰਨਵਾਦ। ਮੇਰਾ ਸਿਰਫ ਇੱਕ ਅਖੀਰਲਾ, ਤੁਸੀਂ ਇਤਿਹਾਸ ਦੇ ਹਵਾਲੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਲੈਰੀ ਕੋਲਿੰਸ ਦੀ ਕਿਤਾਬ ਵੇਖ ਰਿਹਾ ਜਿਹਦੇ ਵਿੱਚ 1947 ਦਾ ਜ਼ਿਕਰ ਹੈ, ਜਦੋਂ ਮੁਲਕ ਦੀ ਵੰਡ ਦੇ ਬਾਅਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਕਰਾਚੀ ਦੇ ਵਿੱਚ ਜਲੂਸ ਨਿਕਲਣਾ ਸੀ। ਉਹ ਸਾਰੇ ਲੀਡਰ ਮੁਸਲਿਮ ਲੀਗ ਦੇ ਇਕੱਠੇ ਹੋ ਕੇ ਗਵਰਨਰ ਜਨਰਲ ਦੇ ਕੋਲ ਗਏ ਕਿ ਅਕਾਲੀ ਲੀਡਰਾਂ ਨੇ ਪਲਾਨ ਬਣਾਇਆ ਹੈ ਕਿ ਕਾਇਦੇ ਆਜ਼ਮ ਦੇ ਉਸ ਗੱਡੀ ਦੇ ਉੱਤੇ ਹਮਲਾ ਕੀਤਾ ਜਾਏਗਾ, ਉਹਨਾਂ ਦੀ ਜਾਨ ਨੂੰ ਖਤਰਾ ਹੈ। ਸੋ ਉਹਦੇ ਉੱਤੇ ਗਵਰਨਰ ਜਨਰਲ ਨੇ ਕਿਹਾ ਕਿ ਮੈਂ ਉਹਦੀ ਪਲੈਨਿੰਗ ਬਣਾ ਲਈ ਹੈ, ਪਰ ਕੀ ਹੈ ਤੁਹਾਨੂੰ ਨਹੀਂ ਦੱਸਾਂਗਾ। ਉਹਨਾਂ ਨੇ ਗੁੱਸੇ 'ਚ ਕਿਹਾ ਇਹਦਾ ਮਤਲਬ ਤੁਸੀਂ ਕਾਇਦੇ ਆਜ਼ਮ ਨੂੰ ਮਰਵਾਉਣਾ ਚਾਹੁੰਦੇ ਹੋ। ਗਵਰਨਰ ਜਨਰਲ ਨੇ ਕਿਹਾ ਤੁਹਾਨੂੰ ਪਤਾ ਹੈ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਦਰਬਾਰ ਸਾਹਿਬ ਦੇ ਅੰਦਰ ਹਨ, ਕੀ ਤੁਸੀਂ ਸਮਝਦੇ ਹੋ ਕਿ ਮੈਂ ਇਹ ਸੋਚ ਸਕਦਾ ਕਿ ਪੁਲਿਸ ਨੂੰ ਮੈਂ ਹਰਮੰਦਰ ਸਾਹਿਬ ਦੇ ਅੰਦਰ ਭੇਜਾਂ? ਹਾਂ, ਮੈਂ ਇਹ ਕਰ ਸਕਦਾ ਕਿ ਮੈਂ ਕਾਇਦੇ ਆਜ਼ਮ ਦੇ ਨਾਲ ਉਹਦੀ ਗੱਡੀ ਦੇ ਉਹਦੀ ਸੀਟ ਦੇ ਨਾਲ ਬੈਠਾਂਗਾ, ਪਰ ਮੈਂ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਭੇਜ ਸਕਦਾ। ਇਹ ਅੰਗਰੇਜ਼ਾਂ ਦੀ ਆਪਣੀ ਲਿਖਤ, ਉਹਨਾਂ ਦੇ ਆਪਣੇ ਕਿਰਦਾਰ 'ਤੇ ਹੈ। ਪਰ ਕੀ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਕਿ ਅੱਜ ਉਹਨਾਂ ਆਪਣੀਆਂ ਸਾਰੀਆਂ ਲਿਖਤਾਂ, ਆਪਣੀ ਅਸੈਸਮੈਂਟਸ ਨੂੰ ਔਰ ਆਪਣੀ ਸਾਰੀ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਉਹਨਾਂ ਨੇ ਇਹ ਕਾਰਵਾਈ ਕੀਤੀ, ਔਰ ਇਹਦਾ ਕੀ ਅਸਰ ਪਏਗਾ ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਰਾਜਨੀਤੀ 'ਤੇ? ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਤੁਸੀਂ ਇਹਦਾ ਜਵਾਬ ਦੇ ਕੇ ਤੁਹਾਡੇ ਕੋਲ ਵਿਦਾ ਲੈ ਲਵਾਂਗੇ। ਥੈਂਕ ਯੂ ਸਰ। ਪਹਿਲੀ ਗੱਲ ਤਾਂ ਹੈ ਕਿ ਮੈਂ ਇੱਕ ਮਿੰਟ ਬਾਬਾ ਜੀ, ਇੱਕ ਛੋਟਾ ਜਿਹਾ ਵਕਫਾ ਲੈ ਲਈਏ ਪਲੀਜ਼, ਉਸ ਦੇ ਬਾਅਦ ਤੁਸੀਂ ਕਰ ਦੇਣਾ ਪਲੀਜ਼ ਸਰ। ਥੈਂਕ ਯੂ। हाथों की अपनी दास्तां होती है, कभी सृष्टि तो कभी विनाश, ये देखती है। कभी ये सहारा तो कभी विश्वास, सदियों से ये खिलाए पीढ़ियों को निवाला। और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी, अपने देश का नंबर 1 आटा। कुनाल ज्वेलर दे गहने, वाह पई वाह क्या कहने, गहनियां नाल भर ले जाओ, घरवाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करते हाँ। गहनियां दी रिपेयर भी इत्थे ही करते हाँ। तुसी अपनी राशि दे बर्स्टोन भी खरीद सकते हो। इस तो इलावा साडे कोल डायमंड ज्वेलरी दी एक तो वध एक वैरायटी है। होर जानकारी लई बिट्टू नूं हुणे कॉल करो 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਜ਼ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हेल्थ इंश्योरेंस कराने लिए पंजाब इंश्योरेंस के नंबर पर हुणे कॉल करो। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी, आपका अपना बाजार। अपना बाजार कैश एंड कैरी
with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. America's favorite fashion store, Sahil. Visit our showrooms in Chicago and New Jersey or online at www.sahil.com. Hey, you good and juicy, hard drop, fresh you see. Maza. चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ yespunjab.com ਤੇ ਐਡੀਟਰ ਸਰ HS ਬਾਵਾ ਸਾਡੇ ਨਾਲ ਲਾਈਨ ਤੇ ਜੁੜੇ ਹਨ ਔਰ ਬਹੁਤ ਹੀ ਅਹਿਮ ਔਰ ਮਹੱਤਵਪੂਰਨ ਜਾਣਕਾਰੀ ਦੇਣ। ਬਾਵਾ ਜੀ, ਮੇਰਾ ਜਿਹੜਾ ਅਖੀਰਲਾ ਸਵਾਲ ਇਹੀ ਸੀਗਾ ਕਿ ਸਰਕਾਰ ਜਿਹੜੀਆਂ ਬ੍ਰਿਟਿਸ਼ ਗਵਰਨਮੈਂਟ ਜਿਹਨੇ ਪਹਿਲਾਂ ਖੁਦ ਰਾਏ ਦਿੱਤੀ ਸੀ ਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਵੀ ਨਹੀਂ ਭੇਜ ਸਕਦੇ, ਗਵਰਨਰ ਜਨਰਲ ਕਾਇਦੇ ਆਜ਼ਮ ਦੇ ਨਾਲ ਖੁਦ ਉਹਦੇ ਨਾਲ ਕਾਰ ਦੇ ਵਿੱਚ ਬੈਠ ਸਕਦਾ ਪਰ ਇਹ ਕੰਮ ਨਹੀਂ ਕਰ ਸਕਦੇ, ਪਰ ਅੱਜ ਉਹਨਾਂ ਦੀ ਸਰਕਾਰ ਨੇ ਬਿਲਕੁਲ ਆਪਣੇ ਹੀ ਅਸੈਸਮੈਂਟ ਦੇ ਉਲਟ ਜਾ ਕੇ ਕਰ ਦਿੱਤਾ। ਇਹ ਇੰਨੀ ਵੱਡੀ ਤਬਦੀਲੀ ਕਿਸ ਤਰ੍ਹਾਂ ਆ ਜਾਂਦੀ ਹੈ ਤੇ ਇਹਦਾ ਨਤੀਜਾ ਤੁਸੀਂ ਕੀ ਸਮਝਦੇ ਹੋ? ਇਹਦਾ ਕੀ ਨਿਕਲੇਗਾ ਇਸ ਸਾਰੇ ਜੋ ਕੁਝ ਵੀ ਵਾਪਰਿਆ ਹੈਗਾ? ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਵੀ ਡੇਵਿਡ ਕੈਮਰਨ ਨੂੰ ਜਿਹੜੀ ਇਹ ਗੱਲ ਹੈ ਕਿ ਉਹਨਾਂ ਨੇ ਫੌਰੀ ਤੌਰ ਤੇ ਵੀ ਇਨਕੁਆਇਰੀ ਆਰਡਰ ਕੀਤੀ ਹੈ, ਉਹਦੇ ਚੋਂ ਥੋੜੀ ਜਿਹੀ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਚੋਂ ਸੱਚਾਈ ਝਲਕਦੀ ਹੈ, ਓਨੈਸਟੀ ਝਲਕਦੀ ਹੈ। ਤੇ ਮੈਂ ਇਹ ਵੀ ਸਮਝਦਾ ਕਿ ਚਲੋ ਸਾਨੂੰ ਵਕਤ ਤੋਂ ਪਹਿਲਾਂ ਤੇ ਕਿਸੇ ਨਿਰਣੇ ਤੋਂ ਪਹਿਲਾਂ ਬਹੁਤ ਜ਼ਿਆਦਾ ਰਿਐਕਟ ਕਰਨ ਦੀ ਲੋੜ ਨਹੀਂ। ਸਾਨੂੰ ਗੱਲ ਸਮਝ ਆ ਗਈ ਕਿ ਕੌਣ ਕੌਣ ਕਿੱਥੇ ਕਿੱਥੇ ਖੜਾ ਸੀ। ਹੁਣ ਤਾਂ ਸਗੋਂ ਮੈਂ ਸਮਝਦਾ ਕਿ ਓਨਸ ਜਿਹੜਾ ਹੈ ਉਹ ਬਰਤਾਨੀਆ ਤੇ ਹੈ ਕਿ ਉਹ ਆਪਣੇ ਆਪ ਨੂੰ ਕਲੀਅਰ ਕਰੇ, ਜਾਂ ਉਹ ਆਪਣੇ ਆਪ ਨੂੰ ਕਲੀਅਰ ਕਰੇ ਕਿ ਉਹ ਕਿੱਥੇ ਖੜਾ ਤੇ ਜਾਂ ਉਹ ਉਹਨਾਂ ਲੋਕਾਂ ਨੂੰ ਕੰਡੈਮ ਕਰੇ ਜਿਨ੍ਹਾਂ ਨੇ ਇਹ ਕੁਝ ਕੀਤਾ। ਤੇ ਦੂਸਰੀ ਗੱਲ ਮੇਰੀ ਇਹ ਹੈ ਕਿ ਉਧਰ ਦੀ ਗੱਲ ਤਾਂ ਅਸੀਂ ਕਰਦੇ ਹਾਂ ਕਿ ਉਧਰ ਉਹ ਲੋਕ ਕਿੱਥੇ ਖੜੇ ਨੇ, ਇੱਥੇ ਕਰਨ ਵਾਲੇ ਵੀ ਆਪਣੇ ਸਨ ਤੇ ਇੱਥੇ ਮੈਂ ਯਾਦ ਦਿਵਾਉਣਾ ਚਾਹੁੰਦਾ ਉਹਨਾਂ ਲੋਕਾਂ ਦੀ ਵੀ, ਉਹ ਵੀ ਹੈਗੇ ਨੇ ਇੱਥੇ ਜਿਹੜੇ ਕਿਤਾਬਾਂ ਲਿਖ ਕੇ ਅੱਜ ਦਾਅਵੇ ਕਰਦੇ ਨੇ ਕਿ ਇੰਦਰਾ ਗਾਂਧੀ ਨੇ ਸਾਡੇ ਕਹਿਣ ਤੇ ਕੀਤਾ ਸੀ। ਮੈਂ ਗੱਲ ਕਰ ਰਿਹਾ ਬੀਜੇਪੀ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਹੋਣਾ ਦੀ, ਜਿਨ੍ਹਾਂ ਨੇ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਬਈ ਉਹ ਕਰਦੀ ਨਹੀਂ ਸੀ ਇੰਦਰਾ ਗਾਂਧੀ, ਹੱਲੇ ਅਸੀਂ ਜ਼ੋਰ ਪਾ ਕੇ ਕਰਵਾਇਆ। ਇਹ ਉਹਨਾਂ ਦੀ ਗੱਲ ਹੈ। ਇਹ ਕ੍ਰੈਡਿਟ ਉਹ ਲੈ ਰਹੇ ਨੇ, ਅਸੀਂ ਨਹੀਂ ਉਹਨਾਂ ਨੂੰ ਇਹ ਕ੍ਰੈਡਿਟ ਦੇ ਰਹੇ। ਇਹ ਕ੍ਰੈਡਿਟ ਉਹਨਾਂ ਨੇ ਆਪ ਆਪਣੀ ਪੁਸਤਕ 'ਚ ਆਪਣੇ ਹੱਥੀਂ ਲਿਖ ਕੇ ਲਿਆ। ਤੇ ਗੱਲ ਤਾਂ ਇੱਧਰਲੇ ਮਾਈਂਡ ਸੈੱਟ ਦੀ ਹੈ। ਇਸੇ ਮਾਈਂਡ ਸੈੱਟ ਚੋਂ ਹੀ ਮੈਂ ਸਮਝਦਾ ਇੱਕ ਗੱਲ ਹੋਰ ਰਿਲੇਟ ਕਰਨੀ ਚਾਹਾਂਗਾ। ਇਹ ਮਾਈਂਡ ਸੈੱਟ ਇੱਕ ਹਮਲਾਵਰ ਮਾਈਂਡ ਸੈੱਟ ਹੈ
ਔਰ ਇੱਕ ਮਾਈਂਡਸੈਟ ਹੈ ਜਿਹੜਾ ਹਮਲਾਵਰ ਕਹਿੰਦਾ ਕਿ ਅਸੀਂ ਹਮਲਾਵਰਾਂ ਨੂੰ ਕਿਹਾ ਸੀ ਕਿ ਤੁਸੀਂ ਹਮਲਾ ਕਰੋ, ਅਸੀਂ ਜ਼ੋਰ ਪਾਇਆ ਸੀ ਹਮਲਾਵਰਾਂ ਤੇ ਕਿ ਤੁਸੀਂ ਹਮਲਾ ਕਰੋ। ਇਹ ਜਿਹੜੇ ਦੋ ਮਾਈਂਡਸੈਟ ਨੇ, ਇਹ ਦੋ ਮਾਈਂਡਸੈਟ ਹੀ ਇੰਡੀਆ ਤੇ ਰਾਜ ਕਰਦੇ ਅੱਜ ਤੱਕ। ਇਹਨਾਂ ਦੋ ਮਾਈਂਡਸੈਟਸ ਦੇ ਇੱਕੋ ਤਰ੍ਹਾਂ ਸੋਚਣ, ਵਿਰੋਧੀ ਹੋਣ ਦੇ ਬਾਵਜੂਦ ਇੱਕੋ ਤਰ੍ਹਾਂ ਸੋਚਣ ਕਰਕੇ ਅੱਜ ਤੱਕ 1984 ਦੇ ਜਿਹੜੇ ਸਿੱਖ ਕਤਲੇਆਮ ਹੋਇਆ ਉਹਦਾ ਸਾਨੂੰ ਇਨਸਾਫ ਨਹੀਂ ਮਿਲਦਾ। ਇੱਕ ਮਾਈਂਡਸੈਟ ਇਹ ਹੈ। ਜੀ 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 ਬਾਬਾ ਜੀ, ਇਹਦੇ ਵਿੱਚ ਸਿਰਫ ਮੈਂ, ਕਿਉਂਕਿ ਹੁਣ ਸਮਾਂ ਅਸੀਂ ਪਹਿਲਾਂ ਸੋਚਿਆ ਸੀ ਕਾਲਸ ਲੈ ਲਈਏ, ਪਰ ਸਮਾਂ ਬਿਲਕੁਲ ਨਹੀਂ, ਪਰ ਮੈਂ ਤੁਹਾਨੂੰ 2-3 ਮਿੰਟ ਤੁਹਾਡੇ ਜ਼ਰੂਰ ਲਵਾਂਗਾ। ਇਹ ਤੁਸੀਂ ਦੱਸੋ ਕਿ ਇੱਕ ਆਮ ਤੌਰ ਦੇ ਉੱਤੇ ਕੁਝ ਸਾਡੇ ਵਿੱਚ ਸੀ, ਜਦੋਂ कबाबे सीख हैं हम हरसू बदलते हैं, जा लुटता है ये पहलू तो वो पहलू बदलते हैं। जदों जुल्म होया तो आस कीती काफ़ी लोगों ने पोलिटिकल शरण भी लई, असैलम भी लई कि दूजियां सरकारां साडी मदद करनगियां, तां पर की इस दे नाल उजागर नहीं हो गया कि सारियां सरकारां भावें कोई होए, भावें किहड़ी भी सरकार होए, ਉਹਨਾਂ ਦਾ ਆਮ ਲੋਕਾਂ ਨਾਲ ਨਜਿੱਠਣ ਦਾ ਵਤੀਰਾ ਵੱਖਰਾ ਹੈ, ਪਰ ਆਪਸੀ ਭਾਈਚਾਰਾ ਮੁਲਕਾਂ ਦਾ ਇੱਕ ਦੂਜੇ ਨਾਲ ਬਿਲਕੁਲ ਵੱਖਰਾ ਹੈ, ਜਿਹਨੂੰ ਆਮ ਲੋਕ ਨਹੀਂ ਸਮਝ ਸਕਦੇ। ਇਹਦੇ ਦੋਨਾਂ ਦੇ ਵਿਚਕਾਰ ਇੱਕ ਬਹੁਤ ਵਜ੍ਹਾ ਪੜਦਾ ਹੈ। ਜੀ ਬਿਲਕੁਲ, ਇੱਥੇ ਵੀ ਮੈਂ ਮਾਰਕ ਟੁਲੀ ਉਹਨਾਂ ਨੂੰ ਕੋਟ ਕਰਨਾ ਚਾਹੁੰਦਾ। ਉਹਨਾਂ ਨੇ ਆਪਣੇ ਜਿਹੜਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਬਈ ਮੈਂ ਇਸ ਕਰਕੇ ਸੋਚਦਾ ਕਿ ਬਰਤਾਨੀਆ ਨੇ ਇਦਾਂ ਦਾ ਕੁਝ ਨਹੀਂ ਕੀਤਾ ਹੋਵੇਗਾ ਜੀ, ਕਿਉਂਕਿ ਉਸ ਵੇਲੇ ਬਰਤਾਨੀਆ ਤੇ ਇੰਡੀਆ ਦੇ ਸੰਬੰਧ ਇੰਨੇ ਚੰਗੇ ਨਹੀਂ ਸਨ। ਹਾਂਜੀ ਹਾਂਜੀ ਹਾਂਜੀ, ਤੁਸੀਂ ਦੇਖੋ ਕਿ ਮਾਰਕ ਟੁਲੀ ਨੂੰ ਇਹ ਲੱਗਦਾ ਕਿ ਬਈ ਉਸ ਵੇਲੇ ਨਹੀਂ ਸਨ ਹਾਂਜੀ ਹਾਂਜੀ ਚੰਗੇ ਸੰਬੰਧ। ਜੀ, ਉਹਦੇ ਬਾਵਜੂਦ ਇੰਦਰਾ ਗਾਂਧੀ ਤੇ ਮਾਰਗਰੇਟ ਥੈਚਰ ਦੇ ਸੰਬੰਧ ਕੀ ਸਨ, ਇਹ ਤਾਂ ਹੁਣ ਉਹ ਦੋਨੋਂ ਹੀ ਜਾਣਨਗੀਆਂ ਨਾ, ਉਹਨਾਂ ਦੋਨਾਂ ਨੇ ਹੀ ਜਾਣਿਆ ਨਾ। ਜੀ ਜੀ, ਤੇ ਉਹਦੇ ਵਿੱਚੋਂ ਹੀ ਇਹ ਸਾਰੀ ਗੱਲ ਨਿਕਲੀ, ਕਿਉਂਕਿ ਇਹ ਟੌਪ ਲੈਵਲ ਤੇ ਹੀ ਗੱਲ ਹੋਈ ਕਿ ਮਾਰਗਰੇਟ ਥੈਚਰ ਦੀ ਮਰਜ਼ੀ ਨਾਲ ਬੰਦੇ ਆਏ ਤੇ ਉਹਨਾਂ ਨੇ ਉਹਨਾਂ ਦੀ ਮਰਜ਼ੀ ਨਾਲ ਪਲਾਨ ਬਣਾਇਆ ਤੇ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਭੇਜਿਆ, ਡਾਕੂਮੈਂਟ ਦੱਸਦੇ ਨੇ ਕਿ ਤੁਸੀਂ ਉੱਥੇ ਗੱਲ ਕਰ ਲਓ ਤੇ ਅਪਰੂਵ ਕਰਾ ਲਓ, ਤੇ ਉਹਨਾਂ ਨੇ ਅਪਰੂਵ ਕਰਾ ਲਿਆ। ਬਾਬਾ ਜੀ, ਤੁਹਾਨੂੰ ਇਹ ਲੱਗਦਾ ਹੈ ਕਿ ਇਹ ਅਜੇ ਖਾਲੀ ਬਰਤਾਨੀਆ ਦੀ ਗੱਲ ਸਾਹਮਣੇ ਆਈ ਹੈ, ਕਿਧਰੇ ਹੋਰ ਮੁਲਕਾਂ ਦੀ ਗੱਲ ਵੀ, ਹੋਰ ਵੀ ਮੁਲਕਾਂ ਦੀ ਗੱਲ? ਮੈਂ ਤਾਂ ਪਹਿਲਾਂ ਹੀ ਜ਼ਿਕਰ ਕੀਤਾ ਜੀ ਕਿ ਹੁਣ ਤਾਂ ਓਨਸ ਜਿਹੜਾ ਜ਼ਿੰਮੇਵਾਰੀ ਜਿਹੜੀ ਆ ਉਹ ਇੰਡੀਆ ਗਵਰਨਮੈਂਟ ਤੇ ਹੈ ਕਿ ਉਹ ਵੀ ਬਰਤਾਨੀਆ ਵਾਂਗ ਆਪਣੇ ਕਾਗਜ਼ ਲੋਕਾਂ ਦੇ ਸਾਹਮਣੇ ਰੱਖ ਦੇਵੇ ਕਿ ਅਸੀਂ ਆਹ ਕੀਤਾ ਸੀ ਤੇ ਆਹ ਨਹੀਂ ਸੀ ਕੀਤਾ। ਜੀ ਬਿਲਕੁਲ ਬਿਲਕੁਲ, ਨਹੀਂ ਤਾਂ ਇਹ ਮੁੱਦਾ ਇੱਕ ਹੋਰ ਖੜਾ ਰਹਿ ਜਾਏਗਾ, ਸਿੱਖਾਂ ਦੀ ਇੱਕ ਮੰਗ ਹੋਰ ਖੜੀ ਹੋ ਜਾਏਗੀ ਵੀ ਦੇਖੋ ਸਾਨੂੰ ਦੱਸੋ ਤਾਂ ਸਹੀ ਵੀ ਕਿਨੇ ਕੀ ਕੀਤਾ। ਇਹ ਗੱਲ ਜਨਰਲ ਬਰਾੜ ਦੇ ਬਿਆਨਾਂ ਨਾਲ ਨਹੀਂ ਖਤਮ ਹੋਣੀ। ਜਦੋਂ ਡਾਕੂਮੈਂਟ ਆ ਗਏ ਨੇ ਉਦੋਂ ਜਿਹੜੀਆਂ ਚਿੱਠੀਆਂ ਦਾ ਹਵਾਲਾ ਦੇਖੋ, ਗੱਲਾਂ ਤਾਂ ਦੋ ਹੀ ਨੇ। ਇੰਡੀਆ ਸਰਕਾਰ ਕਵੇ, ਪਹਿਲਾਂ ਤਾਂ ਬਰਤਾਨੀਆ ਸਰਕਾਰ ਕਵੇ ਕਿ ਚਿੱਠੀਆਂ ਝੂਠੀਆਂ ਨੇ। ਜੇ ਚਿੱਠੀਆਂ ਝੂਠੀਆਂ ਹੁੰਦੀਆਂ ਤੇ ਬਰਤਾਨੀਆ ਸਰਕਾਰ। ਬਾਬਾ ਜੀ, ਮੈਂ ਸਮਾਂ ਸਮਾਪਤ ਹੋ ਗਿਆ। ਮੈਂ ਸਿਰਫ ਇੱਕ ਲਫ਼ਜ਼ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ। ਭਾਰਤ ਸਰਕਾਰ ਦਾ ਦਾਅਵਾ ਹੈ ਸਤਿਮੇਵ ਜੈਤੇ, ਸੱਚ ਦੀ ਜਿੱਤ ਹੋਏਗੀ। ਕੀ ਕਦੇ ਸੱਚ ਸਾਹਮਣੇ ਆਏਗਾ? ਤੁਹਾਨੂੰ ਲੱਗਦਾ ਹੈ ਹਾਂ ਜਾਂ ਨਾ? ਗੱਲ ਮੇਰੇ ਲੱਗਣ ਦੀ ਨਹੀਂ, ਮੇਰੀ ਤਵੱਕੋ ਹੈ, ਮੇਰੀ ਇਹ ਉਮੀਦ ਆ, ਮੇਰੀ ਇਹ ਆਸ ਆ। ਮੈਂ ਚਾਹਾਂਗਾ ਕਿ ਭਾਰਤ ਸਰਕਾਰ ਆਪਣੇ ਆਪ ਨੂੰ ਘੱਟੋ ਘੱਟ ਇਸ ਮਾਮਲੇ ਤੇ ਸੱਚ ਸਾਬਤ ਕਰ ਲਵੇ, ਸਤਿਮੇਵ ਜੈਤੇ ਨੂੰ ਸੱਚ ਸਾਬਤ ਕਰ ਲਵੇ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਔਰ ਤੁਸੀਂ ਜਿਹੜੀ yespunjab.com ਰਾਹੀਂ ਵੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਔਰ ਉਮੀਦ ਹੈ ਫਿਰ ਤੁਸੀਂ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਵੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ ਤੁਹਾਡਾ ਵੀ, ਸਾਰੇ ਸਰੋਤਿਆਂ, ਸਾਰੇ ਦਰਸ਼ਕਾਂ। ਠੀਕ ਹੈ, ਥੈਂਕ ਯੂ। ਸੋ ਪਿਆਰੇ ਦਰਸ਼ਕੋ, ਤੁਸੀਂ ਜ਼ਰੂਰ ਲਿਖੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ। lamba@getpunjabi.tv ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अपनी बोली अपनी पहचान, पंजाबी हर महफिल दी जान, पंजाबियां दी है फखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है फखरी शान। अपनी बोली अपनी पहचान, अपनी बोली अपनी पहचान, पंजाबी हर महफिल
ਪੰਜਾਬੀਆਂ ਦੀ ਹੈ ਵੱਖਰੀ ਸ਼ਾਨ ਆਪਣੀ ਬੋਲੀ ਆਪਣੀ ਪਹਿਚਾਨ get ਪੰਜਾਬੀ get ਪੰਜਾਬੀ get ਪੰਜਾਬੀ ਪੰਜਾਬੀ get ਪੰਜਾਬੀ get ਪੰਜਾਬੀ ਆਪਣੀ ਬੋਲੀ ਆਪਣੀ ਪਹਿਚਾਨ ਪੰਜਾਬੀ ਹਰ ਮਹਿਫਿਲ ਦੀ ਜਾਨ ਪੰਜਾਬੀਆਂ ਦੀ ਹੈ ਵੱਖਰੀ ਸ਼ਾਨ ਆਪਣੀ ਬੋਲੀ ਆਪਣੀ ਪਹਿਚਾਨ get ਪੰਜਾਬੀ